ਜੋ ਇਹਨਾਂ ਨੇ ਲੜੀ ਬਾਰੇ ਕਥਾ 3 ਮਹੀਨੇ ਪਹਿਲਾਂ ਆਰੰਭ ਕੀਤੀ ਸੀ, ਉਸ ਦੇ ਭੋਗ ਪੈਣੇ ਹਨ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸ਼ੁਕਰਾਨਾ ਸਮਾਗਮ ਹੋ ਰਿਹਾ, ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ ਦਾ ਸ਼ਰਨ ਕਰਕੇ ਲਾਹੇ ਪ੍ਰਾਪਤ ਕਰਨੇ। ਕੱਲ੍ਹ ਨੂੰ ਸ਼ਹੀਦਾਂ ਦੇ ਸਰਤਾਜ 5ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ। ਆਪਾਂ ਕੱਲ੍ਹ 9ਵੀਂ ਪਾਤਸ਼ਾਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਦੀ ਜੋ ਸ਼ਤਾਬਦੀ, ਉਸ ਦੇ ਸੰਬੰਧ ਅੰਦਰ ਅੱਜ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ, ਜਿਸ ਦੇ ਭੋਗ ਐਤਵਾਰ ਨੂੰ ਪੈਣਗੇ ਜੀ। ਆਓ ਸਤਸੰਗ ਜੀ ਬੜੇ ਪਿਆਰ ਨਾਲ ਕਥਾ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਅਕਾਲ ਬੁੰਗੈ ਸਨਮੁਖ ਦਰਬਾਰ। ਪੀ ਸੁਖੈ ਸਿੰਘ ਭਏ ਤਿਆਰ। ਸ੍ਰੀ ਅਕਾਲ ਬੁੰਗੈ ਸਨਮੁਖ ਦਰਬਾਰ। ਪੀ ਸੁਖੈ ਸਿੰਘ ਭਏ ਤਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਸਤਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ ਸੰਧਿਆ ਸਮੇਂ ਆਪ ਜੀ ਨੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਦਾ ਆਨੰਦ ਮਾਣਿਆ। ਉਪਰੰਤ ਇਤਿਹਾਸ ਦੀ ਲੜੀਵਾਰ ਕਥਾ ਵਾਸਤੇ ਸਤਿਗੁਰੂ ਨੇ ਸਮਾਂ ਝੋਲੀ ਵਿੱਚ ਪਾਇਆ ਹੈ। ਬੀਤੇ ਦਿਨੀ ਇਤਿਹਾਸ ਦੀ ਲੜੀ ਦੇ ਅੰਦਰ ਇਤਿਹਾਸ ਆਰੰਭ ਹੋਇਆ। ਸਿੰਘ ਸਾਹਿਬ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਸ਼ਹੀਦ, ਜਿਨ੍ਹਾਂ ਦਾ ਸ਼ਹੀਦੀ ਅਸਥਾਨ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਹੈ।
ਤੇ ਅੱਜ ਵੀ ਗੁਰੂ ਕੀਆਂ ਸੰਗਤਾਂ ਜਦੋਂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਂਦੀਆਂ, ਜਿੱਥੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸ਼ਹੀਦੀ ਬੁੰਗੇ ਨੂੰ ਜਾ ਕਰਕੇ ਨਮਸਕਾਰ ਕਰਦੇ, ਉੱਥੇ ਹੀ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਉਹਨਾਂ ਦੇ ਸ਼ਹੀਦੀ ਬੁੰਗੇ ਤੇ ਜਾ ਕੇ ਵੀ ਨਮਸਕਾਰਾਂ ਕਰਦੇ। ਖਾਲਸਾ ਜੀ ਜਦੋਂ ਅਹਿਮਦ ਸ਼ਾਹ ਅਬਦਾਲੀ ਦਿੱਲੀ ਵੱਲ ਨੂੰ ਚੜ੍ਹ ਕੇ ਜਾ ਰਿਹਾ ਸੀ ਨਜੀਬ ਖਾਂ ਦੀ ਮਦਦ ਵਾਸਤੇ, ਅਹਿਮਦ ਸ਼ਾਹ ਅਬਦਾਲੀ ਨੇ ਸੋਚਿਆ ਵੀ ਜਾਂਦਾ ਜਾਂਦਾ ਸਿੰਘਾਂ ਦੇ ਨਾਲ ਦੋ ਦੋ ਹੱਥ ਕਰ ਜਾਵਾਂ, ਇਹਨਾਂ ਸਿੰਘਾਂ ਨੂੰ ਮਾਰ ਮੁਕਾਵਾਂ। ਤੇ ਜਦੋਂ ਇਸ ਗੱਲ ਦੀ ਖਬਰ ਜਥੇਦਾਰ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਜੀ ਨੂੰ ਪਤਾ ਲੱਗੀ, ਤਾਂ ਉਹਨਾਂ ਨੇ ਫਿਰ ਸਿੰਘਾਂ ਨੂੰ ਇਹ ਗੱਲ ਕਹੀ ਵੀ ਸਿੰਘੋ, ਹੁਣ ਸਮਾਂ ਆ ਗਿਆ, ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਹਰਿਮੰਦਰ ਸਾਹਿਬ ਦੀ ਰਾਖੀ ਵਾਸਤੇ ਸਿਰ ਧੜ ਦੀ ਬਾਜੀ ਲਾਈ, ਜਿਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਨੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ, ਜਿਸ ਤਰ੍ਹਾਂ ਭਾਈ ਮਨੀ ਸਿੰਘ ਨੇ ਸਿੱਖੀ ਸਿਦਕ ਨਿਭਾਇਆ, ਹੁਣ ਸਮਾਂ ਆ ਗਿਆ ਵੀ ਅਸੀਂ ਵੀ ਪਾਏ ਹੋਏ ਵੱਡਿਆਂ ਦੇ ਪੂਰਨਿਆਂ ਤੇ ਚੱਲ ਕੇ ਵਿਖਾਈਏ। ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ ਗੁਰੂ ਕੇ ਸਿੰਘ ਸ਼ਹੀਦੀਆਂ ਪਾਉਣ ਲਈ ਤਿਆਰ ਹੋਏ ਨਾ, ਤੇ ਖਾਲਸਾ ਜੀ ਜਿਹੜਾ ਇਹ ਸ਼ਬਦ ਪ੍ਰਚਲਿਤ ਹੋਇਆ ਨਾ ਵੀ ਗੁਰੂ ਕੇ ਸਿੰਘ ਮੌਤ ਨੂੰ ਵੀ ਮਖੌਲਾਂ ਕਰਦੇ, ਇਹ ਸ਼ਬਦ ਤਾਂ ਪ੍ਰਚਲਿਤ ਹੋਏ ਕਿ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਵਰਗੇ ਸ਼ਹੀਦ ਸਾਡੇ ਇਤਿਹਾਸ ਵਿੱਚ ਨੇ। ਜਦੋਂ ਅਹਿਮਦ ਸ਼ਾਹ ਅਬਦਾਲੀ ਆ ਰਿਹਾ ਸੀ ਤੇ ਬਾਬਾ ਗੁਰਬਖਸ਼ ਸਿੰਘ ਕਹਿੰਦੇ, ਸਿੰਘੋ, ਕਹਿੰਦੇ ਜਦੋਂ ਕਿਸੇ ਦਾ ਵਿਆਹ ਹੁੰਦਾ ਹੈ, ਕੋਈ ਲਾੜੀ ਵਿਆਹ ਕਰਕੇ ਲਾੜਾ ਲਿਆਉਂਦਾ ਤੇ ਸਰਬਾਲਾ ਬਣਦੇ ਨੇ ਉਹਦੇ ਨਾਲ, ਤੇ ਲਾੜਾ ਆਪਣੇ ਸੀਸ ਦੇ ਉੱਤੇ ਸਿਹਰਾ ਸਜਾਉਂਦਾ ਹੈ। ਤੇ ਅੱਜ ਮੈਂ ਗੁਰੂ ਕਾ ਲਾਲ ਇਹ ਪ੍ਰਣ ਕਰਦਾ ਵੀ ਮੈਂ ਲਾੜੀ ਮੌਤ ਦੀ ਵਿਆਹਾਂਗਾ, ਪਰ ਲਾੜੀ ਮੌਤ ਦੀ ਵਿਆਹਣ ਵਾਸਤੇ ਮੈਂ ਪਹਿਲਾਂ ਆਪਣੇ ਸਿਰ ਤੇ ਸਿਹਰਾ ਵੀ ਬੰਨਾਂਗਾ। ਇਹ ਇਤਿਹਾਸ ਵਿੱਚ ਪਹਿਲੇ ਸ਼ਹੀਦ ਹੋਏ ਜਿਨ੍ਹਾਂ ਨੇ ਸਿਹਰਾ ਬੰਨ ਕਰਕੇ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪਾਈ। ਤੇ ਜਿਹੜੇ ਨਾਲ ਦੇ ਸਾਥੀ ਸੀ ਉਹਨਾਂ ਨੂੰ ਕਹਿੰਦੇ, ਸਿੰਘੋ, ਅੱਜ ਜਿਹੜਾ ਵੀ ਮੇਰੇ ਨਾਲ ਸ਼ਹੀਦੀ ਪਾਵੇਗਾ ਉਹ ਮੇਰੇ ਨਾਲ ਸਰਬਾਲੇ ਦੀ ਤਰ੍ਹਾਂ ਚੱਲੇਗਾ। ਇਹ ਖਾਲਸਾ ਜੀ ਕੋਈ ਵਿਆਹ ਨਹੀਂ ਸੀ, ਹੈ ਤਾਂ ਸੀ ਇੱਕ ਧਰਮ ਯੁੱਧ, ਇਹ ਤਾਂ ਇੱਕ ਸ਼ਹੀਦੀਆਂ ਦਾ ਸਮਾਂ ਸੀ, ਪਰ ਇਹ ਸਾਡੇ ਵੱਡੇ ਵਡੇਰਿਆਂ ਦੇ ਹੌਸਲੇ ਸੀ ਵੀ ਸਾਹਮਣਿਓਂ ਅਹਿਮਦ ਸ਼ਾਹ ਅਬਦਾਲੀ 30,000 ਫੌਜ ਦੇ ਨਾਲ ਆ ਰਿਹਾ, ਹਰਿਮੰਦਰ ਸਾਹਿਬ ਕੇਵਲ 30 ਗੁਰੂ ਕੇ ਸਿੰਘ ਨੇ, ਤੇ ਅਹਿਮਦ ਸ਼ਾਹ ਅਬਦਾਲੀ ਦੀ ਗਿਲਜਿਆਂ ਦੀ ਫੌਜ ਦਾ ਮੁਕਾਬਲਾ ਕਰ ਰਹੇ ਨੇ ਗੁਰੂ ਕੇ ਸਿੰਘ, ਪਰ ਉਦੋਂ ਵੀ ਡਰੇ ਨਹੀਂ, ਭੈ ਭੀਤ ਨਹੀਂ ਹੋਏ, ਘਬਰਾਏ ਨਹੀਂ, ਬਲਕਿ ਉਦੋਂ ਵੀ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੌਤ ਨੂੰ ਮਖੌਲਾਂ ਕਰਦੇ ਨੇ। ਸੋ ਕਿਸ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦੀ ਦੀ ਤਿਆਰੀ ਕਰਦੇ, ਕਿਸ ਤਰ੍ਹਾਂ ਗੁਰੂ ਕੇ ਸਿੰਘ ਸ਼ਹਾਦਤਾਂ ਪਾਉਣ ਲਈ ਤਿਆਰ ਬਰ ਤਿਆਰ ਹੁੰਦੇ, ਉਹ ਇਤਿਹਾਸ ਅੱਜ ਆਪਾਂ ਸਰਵਣ ਕਰਾਂਗੇ। ਆਓ ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਅਕਾਲ ਬੁੰਗੇ ਸਨਮੁਖ ਦਰਬਾਰ। ਖਾਲਸਾ ਜੀ ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਨੇ ਕਿਹਾ ਗੁਰੂ ਕੇ ਸਿੰਘਾਂ ਨੂੰ ਵੀ ਸ਼ਹੀਦੀਆਂ ਪਾਉਣ ਲਈ ਤਿਆਰ ਹੋ ਜਾਓ, ਕਹਿੰਦੇ ਜਿਵੇਂ ਕਿਸੇ ਦੀ ਬਰਾਤ ਵਿੱਚ ਜਾਣ ਵਾਸਤੇ ਕੋਈ ਕਿਸ ਤਰ੍ਹਾਂ ਦੇ ਵਸਤਰ ਪਾਉਂਦਾ, ਕੋਈ ਕਿਸੇ ਰੰਗ ਦੇ ਵਸਤਰ ਪਾਉਂਦਾ, ਜਿਹੜੇ ਬਾਬਾ ਜੀ ਦੇ ਨਾਲ ਮੁੱਠੀ ਭਰ ਸਿੰਘ ਸੀ ਉਹ ਸਾਰੇ ਤਿਆਰ ਹੋ ਗਏ। ਕਿਸੇ ਨੇ ਨੀਲੇ ਰੰਗ ਦਾ ਵਸਤਰ ਪਾਇਆ, ਕਿਸੇ ਨੇ ਸਫੇਦ ਰੰਗ ਦਾ ਬਾਣਾ ਪਹਿਨਿਆ, ਕਿਸੇ ਨੇ ਕੇਸਰੀ ਰੰਗ ਦੀ ਦਸਤਾਰ ਸਜਾਈ, ਕੇਸਰੀ ਰੰਗ ਦਾ ਬਾਣਾ ਪਹਿਨਿਆ। ਇਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਾਹਮਣੇ ਖੜ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗੇ ਕਿ ਹੁਣ ਸ਼ਹੀਦੀਆਂ ਪਾਉਣ ਦਾ ਸਮਾਂ ਆ ਗਿਆ। ਪੀ ਸੁਖੇ ਸਿੰਘ ਭਏ ਤਿਆਰ। ਤੇ ਖਾਲਸਾ ਜੀ ਅਰਦਾਸਾਂ ਸੋਧਣ ਤੋਂ ਬਾਅਦ ਗੁਰੂ ਕਿਆ ਸਿੰਘਾਂ ਨੇ ਫਿਰ ਸ਼ਹੀਦੀ ਦੇਗਾਂ ਦੇ ਰਗੜੇ ਲਾਏ। ਹੋਣ ਸ਼ਹੀਦ ਸੋ ਪਰਹਿਤ ਕਾਜ। ਤੇ ਸਾਰੇ ਗੁਰੂ ਕੇ ਸਿੰਘ ਚਾਹੁੰਦੇ ਆ ਵੀ ਹੁਣ ਪਰਹਿਤ ਦੂਸਰੇ ਦੇ ਭਲੇ ਵਾਸਤੇ ਸ਼ਹਾਦਤਾਂ ਪਾਈਏ, ਆਪਣੇ ਭਲੇ ਵਾਸਤੇ। ਸਿੱਖ ਇਤਿਹਾਸ ਵਿੱਚ ਕੋਈ ਵੀ ਨਹੀਂ ਸ਼ਹੀਦ ਹੋਇਆ, ਜੇ ਸ਼ਹੀਦੀਆਂ ਹੋਈਆਂ ਤੇ ਦੂਸਰਿਆਂ ਦੇ ਭਲਿਆਂ ਵਾਸਤੇ, ਦੂਸਰੇ ਦੇ ਹਿੱਤ ਵਾਸਤੇ, ਸੰਸਾਰ ਦੇ ਸਮਾਜ ਦੇ ਭਲੇ ਵਾਸਤੇ ਗੁਰੂ ਕੇ ਸਿੱਖ ਆਪਣੇ ਤਨ ਦਾ ਲਹੂ ਡੋਲਦੇ ਨੇ।
ਹੋਣ ਸ਼ਹੀਦ ਸੋ ਪਰਹਿਤ ਕਾਜ। ਸੋ ਖਾਲਸਾ ਜੀ ਦੂਸਰਿਆਂ ਦੇ ਭਲੇ ਵਾਸਤੇ ਸ਼ਹੀਦੀਆਂ ਪਾਉਣ ਲਈ ਤਿਆਰ ਹੋ ਗਏ ਪਹਿਰ ਸ਼ਸਤਰ ਇਮ ਸਾਜਿਓ ਸਾਜ। ਤੇ ਗੁਰੂ ਕਿਆ ਸਿੰਘਾਂ ਨੇ ਆਪਣੇ ਤਨ ਦੇ ਉੱਤੇ ਗੁਰੂ ਦੇ ਬਖਸ਼ੇ ਸ਼ਸਤਰ ਸਜਾ ਲਏ। ਦੋਹਰਾ ਬਸਤਰ ਸ਼ਸਤਰ ਪਹਿਰ ਸਿੰਘ ਭਏ ਤਬੇ ਸਵਧਾਨ। ਤੇ ਖਾਲਸਾ ਜੀ ਗੁਰੂ ਦੇ ਬਖਸ਼ੇ ਵਸਤਰ ਤੇ ਸ਼ਸਤਰ ਆਪਣੇ ਤਨ ਤੇ ਸਜਾ ਕਰਕੇ ਗੁਰੂ ਕੇ ਸਿੰਘ ਐਨ ਸਾਵਧਾਨ ਇਕਾਗਰ ਚਿੱਤ ਹੋ ਗਏ। ਗੁਰੂ ਗ੍ਰੰਥ ਬਾਣੀ ਪੜੀ ਗੁਰੂ ਨਾਨਕ ਪਗ ਧਰ ਧਿਆਨ। ਸਾਵਧਾਨ ਹੋ ਕਰਕੇ ਇਕਾਗਰ ਚਿਤ ਹੋ ਕਰਕੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਜਾਪ ਕਰਨ ਲੱਗੇ। ਜੋ ਪਈ ਪੰਜ ਪੌੜੀ ਸਿੰਘ ਆਨੰਦ ਪੜਾਇਓ। ਤੇ ਬਾਣੀ ਦੇ ਜਾਪ ਤੋਂ ਬਾਅਦ 5 ਪੌੜੀਆਂ ਆਨੰਦ ਸਾਹਿਬ ਦਾ ਪਾਠ ਕੀਤਾ। ਗੁਣ ਗਣੇਸ਼ ਜਿਮ ਗ੍ਰੰਥ ਪੁਜਾਇਓ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਣ ਗਾ ਕਰਕੇ ਸਤਿਗੁਰੂ ਅੱਗੇ ਅਰਦਾਸ ਕੀਤੀ। ਵਿਆਹੇ ਵਾਂਗ ਕੀਓ ਜਗ ਉਛਾਏ। ਕਹਿੰਦੇ ਜਿਵੇਂ ਵਿਆਹ ਦੇ ਵਿੱਚ ਮਾਹੌਲ ਹੁੰਦਾ ਗੁਰੂ ਕੇ ਸਿੰਘਾਂ ਨੇ ਉੱਥੇ ਵਿਆਹ ਵਾਲਾ ਮਾਹੌਲ ਬਣਾ ਦਿੱਤਾ। ਸਿੰਘਨ ਬਹਾਏ ਖੁਲਾਇਓ ਕੜਾਹਾ। ਵਿਆਹ ਦੇ ਵਿੱਚ ਲੋਕ ਮਠਾਈਆਂ ਬਣਾਉਂਦੇ ਮਠਿਆਈਆਂ ਵਰਤਾਉਂਦੇ। ਗੁਰੂ ਕੇ ਸਿੰਘ ਸ਼ਹੀਦੀਆਂ ਪਾਉਣ ਤੋਂ ਪਹਿਲਾਂ ਬਾਣੀ ਦਾ ਜਾਪ ਕਰਕੇ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਦਾ ਗੱਫਾ ਵਰਤਾਉਂਦੇ। ਕਹਿੰਦੇ ਇਸ ਤਰ੍ਹਾਂ ਸਿੰਘ ਮਠਿਆਈਆਂ ਨਹੀਂ ਸਿੰਘ ਗੁਰੂ ਨਾਨਕ ਦੀ ਬਖਸ਼ੀ ਕੜਾਹ ਪ੍ਰਸ਼ਾਦ ਨੂੰ ਵਰਤਾਉਣ ਲੱਗ ਪਏ। ਅੰਤਰ ਅੰਬੀਰ ਸਿੰਘ ਅੰਗ ਮਲਾਵੇ। ਤੇ ਸਾਰੇ ਗੁਰੂ ਕੇ ਸਿੰਘ ਇੱਕ ਦੂਸਰੇ ਦੇ ਉੱਤੇ ਅਤਰ ਦਾ ਛਿੜਕਾਅ ਕਰਨ ਲੱਗ ਪਏ। ਜਿਸ ਵਿਦ ਬਟਨੇ ਲਾੜੇ ਲਾਵੇ। ਜਿਵੇਂ ਕਹਿੰਦੇ ਵਿਆਹ ਵਿੱਚ ਲਾੜੇ ਨੂੰ ਵਟਣਾ ਲਾਈਦਾ ਗੁਰੂ ਕੇ ਸਿੰਘ ਇੱਕ ਦੂਸਰੇ ਨੂੰ ਹਰਮੰਦਰ ਸਾਹਿਬ ਦੇ ਸਰੋਵਰ ਦੇ ਜਲ ਛਿੜਕਾਅ ਕਰਦੇ। ਸ਼ਬਦ ਪੜੇ ਸਿੰਘ ਸਾਜ ਬਜਾਵੇ। ਤੇ ਗੁਰੂ ਕੇ ਸਿੰਘ ਸ਼ਬਦ ਦਾ ਜਾਪ ਕਰਨ ਲੱਗ ਪਏ ਕੀਰਤਨ ਕਰਦੇ ਨੇ। ਵਾਂਗ ਸੁਹਾਗੀਆਂ ਘੋੜੀਆਂ ਨਗਾਵੇ। ਤੇ ਖਾਲਸਾ ਜੀ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਘੋੜੀਆਂ ਬਾਣੀ ਹੈ ਉਹ ਘੋੜੀਆਂ ਬਾਣੀ ਦਾ ਗੁਰੂ ਕੇ ਸਿੰਘ ਜਾਪ ਕਰਦੇ ਨੇ। ਉਠੇ ਅੰਮ੍ਰਿਤ ਸਿੰਘ ਜੀ ਨਵਾਓ। ਉਸ ਤੋਂ ਬਾਅਦ ਕਹਿੰਦੇ ਜਿਵੇਂ ਲਾੜੇ ਨੂੰ ਨਵਾਈਦਾ ਇਸ ਤਰ੍ਹਾਂ ਕਹਿੰਦੇ ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਵੀ ਹੁਣ ਇਸ਼ਨਾਨ ਕਰਾਂਗਾ। ਵੇਖੋ ਇਹ ਸੁਣਨ ਵਿੱਚ ਤੇ ਸੁਣਾਉਣ ਵਿੱਚ ਤੇ ਬਹੁਤ ਸੁਖੈਲਾ ਵੀ ਜਦੋਂ ਸਾਹਮਣੇ ਉਹ ਮੌਤ ਚੜ ਕੇ ਆ ਰਹੀ ਹੈ ਤੇ ਗੁਰੂ ਕਾ ਸਿੰਘ ਕਵੇ ਵੀ ਮੈਂ ਲਾੜੀ ਮੌਤ ਦੀ ਵਿਆਹਣੀ ਤੇ ਜਿਵੇਂ ਵਟਣਾ ਲਾਈਦਾ ਆਪਾਂ ਇੱਕ ਦੂਸਰੇ ਦੇ ਉੱਤੇ ਅਤਰ ਛਿੜਕਾਈਏ। ਜਿਵੇਂ ਲਾੜਾ ਨਹਾਉਂਦਾ ਮੈਂ ਜਾ ਕੇ ਸਰੋਵਰ ਦੇ ਜਲ ਵਿੱਚ ਇਸ਼ਨਾਨ ਕਰਾਂਗਾ। ਜਿਵੇਂ ਲਾੜਾ ਸਿਹਰਾ ਬਣਦਾ ਮੈਂ ਵੀ ਸਿਹਰਾ ਬਣ ਕੇ ਲਾੜੀ ਮੌਤ ਦੀ ਵਿਆਹਾਂਗਾ। ਕਹਿਣਾ ਤੇ ਸੁਣਾਉਣਾ ਬੜਾ ਸੌਖਾ ਸੁਣਨਾ ਬੜਾ ਸੌਖਾ ਪਰ ਜਿਨ੍ਹਾਂ ਸਿੰਘਾਂ ਨੇ ਇਹ ਸ਼ਹੀਦੀਆਂ ਪਾਈਆਂ ਉਹਨਾਂ ਦੀ ਜਨਮਾਂ ਜਨਮਾਂ ਦੀ ਕਮਾਈ ਹੈ। ਉਹਨਾਂ ਦੇ ਵੱਡੇ ਵੱਡੇ ਸਿੱਖੀ ਸਿਦਕ ਨੇ। ਖਾਲਸਾ ਜੀ 18ਵੀਂ ਸਦੀ ਦੇ ਵਿੱਚ ਪੂਰੀ ਇੱਕ ਸਦੀ ਸਾਡੇ ਬਜ਼ੁਰਗਾਂ ਨੇ ਘਰਾਂ ਦੀ ਛੱਤਾਂ ਦਾ ਆਨੰਦ ਨਹੀਂ ਮਾਣਿਆ। ਜੰਗਲਾਂ ਵਿੱਚ ਰਾਤਾਂ ਕੱਟੀਆਂ। ਕਿਸੇ ਨੂੰ ਛਕਣ ਵਾਸਤੇ ਪ੍ਰਸ਼ਾਦਾ ਨਹੀਂ ਸੀ ਮਿਲਦਾ। ਘੋੜਿਆਂ ਦੀਆਂ ਕਾਠੀਆਂ ਤੇ ਬਰਸ਼ਿਆਂ ਦਾ ਸਹਾਰਾ ਲੈ ਕੇ ਰਾਤਾਂ ਕੱਟਦੇ ਸੀ। ਪਰ ਉਦੋਂ ਵੀ ਗੁਰੂ ਕੇ ਸਿੱਖ ਸਦਾ ਤਿਆਰ ਬਰ ਤਿਆਰ ਸੀ ਤੇ ਗੁਰੂ ਨਾਨਕ ਦੀ ਬਾਣੀ ਤੇ ਭਰੋਸਾ ਰੱਖਦੇ ਸੀ। ਜੇ ਚਰਖੜੀਆਂ ਤੇ ਚੜਨਾ ਵੀ ਪੈ ਜਾਂਦਾ ਸੀ ਬੰਦ-ਬੰਦ ਕਟਵਾਉਣਾ ਪੈ ਗਿਆ ਚਰਖੜੀਆਂ ਤੇ ਚੜਨਾ ਪੈ ਗਿਆ ਖੋਪੜ ਲਹਾਉਣੇ ਪੈ ਗਏ ਉਦੋਂ ਵੀ ਗੁਰੂ ਕੇ ਸਿੱਖ ਘਬਰਾਏ ਨਹੀਂ। ਸਾਡੇ ਬਜ਼ੁਰਗਾਂ ਦੀ ਪੂਰਵਜਾਂ ਦੀ ਸੁਰਤ ਸਦਾ ਚੜ੍ਹਦੀ ਕਲਾ ਦੇ ਵਿੱਚ ਰਹੀ। ਤੇ ਅੱਜ ਗੁਰੂ ਕੇ ਸਿੱਖਾਂ ਨੂੰ ਸਤਿਗੁਰੂ ਨੇ ਸੋਹਣੇ ਸੋਹਣੇ ਘਰ ਬਖਸ਼ੇ ਸੋਹਣੇ ਸੋਹਣੇ ਪਾਉਣ ਵਾਸਤੇ ਵਸਤਰ ਬਖਸ਼ੇ ਛਕਣ ਵਾਸਤੇ ਭੋਜਨ ਬਖਸ਼ਿਆ। ਪਰ ਮਾਫ ਕਰਿਓ ਅੱਜ ਨਿੱਕਾ ਜਿਹਾ ਦੁੱਖ ਆ ਜਾਵੇ ਤੇ ਆਪਾਂ ਸਾਰੇ ਘਬਰਾ ਜਾਂਦੇ ਆ। ਪਰ ਅਸੀਂ ਆਪਣੇ ਬਜ਼ੁਰਗਾਂ ਤੋਂ ਪੂਰਵਜਾਂ ਤੋਂ ਸਿੱਖਿਆ ਲਈਏ ਤੇ ਸਤਿਗੁਰੂ ਅੱਗੇ ਅਰਦਾਸ ਕਰੀਏ ਵੀ ਜੋ ਸਾਡੇ ਬਜ਼ੁਰਗਾਂ ਨੇ ਪੂਰਨੇ ਪਾਏ ਅਸੀਂ ਉਹਨਾਂ ਤੇ ਚੱਲ ਸਕੀਏ। ਹੁਣ ਸਾਹਮਣੇ ਉਹ ਮੌਤ ਚੜ ਕੇ ਆ ਰਹੀ 30,000 ਗਿਲਜਿਆਂ ਦੀ ਫੌਜ ਚੜ ਕੇ ਆ ਰਹੀ ਤੇ ਬਾਬਾ ਗੁਰਬਖਸ਼ ਸਿੰਘ ਜੀ ਇੱਕ ਲਾੜੇ ਦੀ ਤਰ੍ਹਾਂ ਹਰਮੰਦਰ ਸਾਹਿਬ ਦੇ ਪਾਵਨ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰਦੇ। ਅਕਾਲ ਬੁੰਗੇ ਪਰ ਤਖਤ ਬਹਾਇਓ। ਇਸ਼ਨਾਨ ਤੋਂ ਬਾਅਦ ਅਕਾਲ ਬੁੰਗਾ ਗੁਰਸੁਧਾ ਸਰੋਵਰ ਤਟ ਵਿਸਾਲ ਗੁਰੂ ਰਚਿਓ ਬੁੰਗਾ ਤਖਤ ਅਕਾਲ। ਜਿਹੜਾ ਅਕਾਲ ਦਾ ਤਖਤ ਅਕਾਲ ਬੁੰਗਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਚਿਆ ਉਸ ਅਕਾਲ ਬੁੰਗੇ ਵਿਖੇ ਆ ਕਰਕੇ ਬਾਬਾ ਗੁਰਬਖਸ਼ ਸਿੰਘ ਜੀ ਸੁਭਾਏਮਾਨ ਹੋਏ। ਨਹੀਂ ਪੁਸ਼ਾਕ ਸਿੰਘ ਪਹਿਰ ਸੁਹਾਇਓ। ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਆਪਣੇ ਤਨ ਦੇ ਉੱਤੇ ਨਵੀਂ ਪੁਸ਼ਾਕ ਬਾਣਾ ਪਹਿਨਿਆ।
ਜੰਗ ਕੱਛ ਗਲ ਚੋਲਾ ਪਾਇਓ। ਖਾਲਸਾ ਜੀ ਗੁਰੂ ਦਾ ਬਖਸ਼ਿਆ ਕਕਾਰ ਕਸ਼ਹਿਰਾ ਤੇ ਕਸ਼ਹਿਰੇ ਦੇ ਨਾਲ ਤਣ ਦੇ ਉੱਤੇ ਚੋਲਾ ਸਜਾਇਆ, ਬਾਣਾ ਸਜਾਇਆ। ਸੀਸ ਪੱਗ ਲਈ ਖੂਬ ਛਿਕਾਏ। ਹੁਣ ਬਾਬਾ ਗੁਰਬਖਸ਼ ਸਿੰਘ ਜੀ ਨੇ ਆਪਣੇ ਸੀਸ ਦੇ ਉੱਤੇ ਗੁਰੂ ਦੀ ਬਖਸ਼ੀ ਦਸਤਾਰ, ਗੁਰੂ ਦਾ ਬਖਸ਼ਿਆ ਜੋ ਦਮਾਲਾ, ਉਹ ਸਜਾਉਣਾ ਆਰੰਭ ਕੀਤਾ। ਧਰੇ ਚੱਕਰ ਸਿਰ ਪੇਚੇ ਦਾਏ। ਖਾਲਸਾ ਜੀ ਦਮਾਲਾ ਸਜਾਇਆ, ਦਮਾਲਾ ਸਜਾਉਣ ਤੋਂ ਬਾਅਦ ਦਮਾਲੇ ਤੇ ਚੱਕਰ ਸਜਾਏ। ਇਸ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜੀ ਆਪਣਾ ਦਮਾਲਾ ਤਿਆਰ ਕਰ ਰਹੇ, ਦਮਾਲਾ ਚਲਾ ਰਹੇ। ਚੱਕਰਨ ਤੇ ਮਦ ਕਰਦ ਗਡੋਈ। ਤੇ ਖਾਲਸਾ ਜੀ ਚੱਕਰਾਂ ਦੇ ਵਿਚਕਾਰ ਬਾਬਾ ਗੁਰਬਖਸ਼ ਸਿੰਘ ਜੀ ਨੇ ਛੋਟੀ ਕਰਦ ਤੋਂ ਭਾਵ 9 ਇੰਚ ਦੀ 9-10 ਇੰਚ ਦੀ ਇੱਕ ਸ਼੍ਰੀ ਸਾਹਿਬ ਉਹ ਦਮਾਲੇ ਵਿੱਚ ਲਗਾਈ। ਕਿਉਂਕਿ ਜਦੋਂ ਅਕਾਲ ਤਖਤ ਸਾਹਿਬ ਆਪ ਜਾਓਗੇ, ਬਾਬਾ ਦੀਪ ਸਿੰਘ ਜੀ ਦੇ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਨੇ ਅਕਾਲ ਤਖਤ ਸਾਹਿਬ। ਉੱਥੇ ਬਾਬਾ ਦੀਪ ਸਿੰਘ ਜੀ ਦੇ ਦਮਾਲੇ ਦੇ 18 ਚੱਕਰਾਂ ਦੇ ਦਰਸ਼ਨ ਕਰਾਏ ਜਾਂਦੇ ਨੇ, ਜੋ ਬਾਬਾ ਜੀ ਆਪਣੇ ਦਮਾਲੇ ਤੇ ਸਜਾਇਆ ਕਰਦੇ ਸੀ 18 ਚੱਕਰ। ਤੇ ਹੁਣ ਆਪਣੇ ਆਪ ਅਨੁਮਾਨ ਲਾਈਏ ਵੀ ਬਾਬਾ ਦੀਪ ਸਿੰਘ ਦਾ ਦਮਾਲਾ ਕਿੱਡਾ ਤਗੜਾ ਹੋਵੇਗਾ, ਜਿਨ੍ਹਾਂ ਦੇ ਦਮਾਲੇ ਵਿੱਚ ਹੀ 18 ਚੱਕਰ ਲੱਗ ਜਾਂਦੇ ਸੀ। ਤੇ 1.5 ਫੁੱਟ ਦਾ ਖੰਡਾ ਬਾਬਾ ਦੀਪ ਸਿੰਘ ਜੀ ਦਾ ਅੱਜ ਵੀ ਅਕਾਲ ਤਖਤ ਸਾਹਿਬ ਵਿਖੇ ਸ਼ੁਭਾਏਮਾਨ ਹੈ। ਜਿਹੜੇ ਬਾਬਾ ਦੀਪ ਸਿੰਘ ਜੀ 1.5 ਫੁੱਟ ਦਾ ਖੰਡਾ ਆਪਣੇ ਦਮਾਲੇ ਤੇ ਚਲਾਉਂਦੇ ਸੀ। ਕਿੱਡਾ ਵੱਡਾ ਬਾਬਾ ਜੀ ਦਾ ਦਮਾਲਾ, 1.5-2 ਫੁੱਟ ਦਾ ਤੇ ਦਮਾਲਾ ਹੀ ਹੋਵੇਗਾ। ਅੱਜ ਤੇ ਆਪਾਂ 6-6, 9-9 ਇੰਚ ਦੀਆਂ ਸ਼੍ਰੀ ਸਾਹਿਬਾਂ ਪਾਉਨੇ ਆ ਨਾ। ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਸ਼ਹੀਦਾਂ ਨੂੰ ਨਮਸਕਾਰਾਂ ਕਰਦੇ ਆ, 8-8, 9-9 ਇੰਚ ਦੀਆਂ ਸ਼੍ਰੀ ਸਾਹਿਬਾਂ ਤੇ ਆਪਣੇ ਦਮਾਲਿਆਂ 'ਚ ਸਜਾ ਲੈਂਦੇ ਸੀ ਗੁਰੂ ਕੇ ਸਿੰਘ। ਅੱਜ ਵੀ ਬਾਬਾ ਦੀਪ ਸਿੰਘ ਜੀ ਦੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਮਾਲੇ ਦੇ ਸ਼ਸਤਰਾਂ ਦੇ ਦਰਸ਼ਨ ਤਖਤ ਸਾਹਿਬਾਨਾਂ ਤੇ ਕਰਵਾਏ ਜਾਂਦੇ। ਸੋ ਹੁਣ ਉਸੇ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜੀ ਨੇ ਦਮਾਲਾ ਸਜਾਇਆ, ਦਮਾਲੇ ਤੇ ਚੱਕਰ ਸਜਾਏ ਤੇ ਚੱਕਰਾਂ ਦੇ ਵਿਚਕਾਰ ਬਾਬਾ ਜੀ ਨੇ ਖੰਜਰ ਸਜਾਉਣਾ ਕੀਤਾ। ਜਨ ਲਾੜੇ ਸਿਰ ਕਲਗੀ ਸੋਹੀ। ਖਾਲਸਾ ਜੀ ਜਿਵੇਂ ਲਾੜੇ ਦੇ ਸਿਰ ਤੇ ਕਲਗੀ ਲੱਗਦੀ ਹੈ, ਬਾਬਾ ਗੁਰਬਖਸ਼ ਸਿੰਘ ਜੀ ਨੇ ਦੁਨਿਆਵੀ ਕਲਗੀ ਨਹੀਂ ਲਾਈ। ਦੁਨਿਆਵੀ ਕਲਗੀਆਂ ਦੀ ਸ਼ਾਨ ਫਿੱਕੀ ਪੈ ਜਾਂਦੀ ਹੈ। ਧੰਨ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਨੇ ਆਪਣੇ ਸੀਸ ਦੇ ਉੱਤੇ ਕਲਗੀਆਂ ਵਾਲੇ ਦਾ ਬਖਸ਼ਾ ਖੰਡਾ ਸਜਾਇਆ, ਕਿਉਂਕਿ ਖੰਡੇ ਦੇ ਸਾਹਮਣੇ ਦੁਨੀਆ ਦੀ ਕਲਗੀਆਂ ਦੀ ਸ਼ਾਨ ਫਿੱਕੀ ਹੁੰਦੀ ਹੈ। ਬਾਬਾ ਗੁਰਬਖਸ਼ ਸਿੰਘ ਜੀ ਨੇ ਆਪਣੇ ਦਮਾਲੇ ਨੂੰ ਇਸ ਤਰ੍ਹਾਂ ਸਜਾ ਲਿਆ। ਦਰਬਾਰੂ ਸਿੰਘ ਕੋ ਸੇਹਰੋ ਭੇਜਿਓ ਖੂਬ ਬਣਾਏ। ਤੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚੋਂ ਸਿਹਰਾ ਆਇਆ, ਜਿਹੜਾ ਸਿਹਰਾ ਬਾਬਾ ਗੁਰਬਖਸ਼ ਸਿੰਘ ਜੀ ਨੇ ਆਪਣੇ ਸੀਸ ਤੇ ਸਜਾਉਣਾ। ਕਰੇ ਅਰਦਾਸ ਸਿਰ ਪਰ ਧਰਿਓ ਤਉ ਅਸੀਸ ਵੱਡ ਪਾਏ। ਤੇ ਬਾਬਾ ਗੁਰਬਖਸ਼ ਸਿੰਘ ਜੀ ਦੇ ਕੋਲ ਜਦੋਂ ਸਿਹਰਾ ਦਰਬਾਰ ਸਾਹਿਬ ਤੋਂ ਆਇਆ, ਸਿਹਰੇ ਨੂੰ ਮਸਤਕ ਨਾਲ ਲਾ ਕਰਕੇ ਅਰਦਾਸ ਕੀਤੀ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ, ਸੱਚਿਆ ਪਾਤਸ਼ਾਹ ਤੇਰੇ ਪਾਵਨ ਸੱਚਖੰਡ ਅਸਥਾਨ ਤੋਂ ਸਿਹਰਾ ਆਇਆ, ਮੈਂ ਨਮਸਕਾਰ ਕਰਕੇ ਸਿਰ ਤੇ ਸਜਾਉਣ ਲੱਗਾ। ਸੋਢੀ ਸੁਲਤਾਨ ਗੁਰੂ ਰਾਮਦਾਸ ਕਿਰਪਾ ਕਰੀ, ਮੇਰਾ ਸੀਸ ਧੜ ਤੋਂ ਜੁਦਾ ਤੇ ਹੋ ਜਾਵੇ, ਪਰ ਕਦੇ ਵੀ ਅਬਦਾਲੀ ਤੇ ਚੜ ਕੇ ਆਏ ਹੋਏ ਦੁਸ਼ਮਣ ਦੇ ਸਾਹਮਣੇ ਨਾ ਝੁਕੇ। ਇਹ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਪਾਤਸ਼ਾਹ ਇਹ ਤੇਰੇ ਸਿੱਖ ਦੇ ਸਿਰ ਦੇ ਉੱਤੇ ਤੇਰੇ ਸੱਚਖੰਡ ਅਸਥਾਨ ਤੋਂ ਆਇਆ ਸਿਹਰਾ ਸਜਣਾ, ਤੇਰੀ ਬਖਸ਼ੀ ਦਸਤਾਰ ਸਜੀ ਹੈ, ਤੇ ਕਿਰਪਾ ਕਰੀ ਸਿੱਖੀ ਨਿਭਾਉਣ ਦਾ ਬਲ ਬਖਸ਼ੀ। ਆ ਸਿਰ ਕੇਵਲ ਤੇਰੇ ਚਰਨਾਂ ਵਿੱਚ ਝੁਕੇ, ਕਦੇ ਦੁਸ਼ਮਣ ਦੇ ਪੈਰਾਂ ਵਿੱਚ ਨਾ ਜਾ ਡਿੱਗੇ। ਸੋ ਖਾਲਸਾ ਜੀ ਅਰਦਾਸ ਕਰਕੇ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਨੇ ਆਪਣੇ ਸੀਸ ਦੇ ਉੱਤੇ ਸਹਿਰਾ ਸਜਾਇਆ। ਕਰ ਕੰਗਣੋਂ ਸਿਰ ਸੇਹਰੋ ਮੋਢੇ ਧਰ ਤਲਵਾਰ। ਬਾਬਾ ਗੁਰਬਖਸ਼ ਸਿੰਘ ਜੀ ਨੇ ਆਪਣੀਆਂ ਬਾਹਾਂ ਦੇ ਉੱਤੇ ਕਲਗੀਧਰ ਬਖਸ਼ ਪਾਤਸ਼ਾਹ ਦੇ ਬਖਸ਼ੇ ਸਰਬਲੋ ਦੇ ਕੜੇ ਪਹਿਨੇ, ਸੀਸ ਦੇ ਉੱਤੇ ਦਮਾਲਾ, ਦਮਾਲੇ ਤੇ ਚੱਕਰ, ਚੱਕਰਾਂ ਦੇ ਉੱਤੇ ਖੰਜਰ ਤੇ ਖੰਡੇ। ਉਸ ਤੋਂ ਬਾਅਦ ਬਾਬਾ ਦੀ ਗੁਰਬਖਸ਼ ਸਿੰਘ ਜੀ ਨੇ ਦਮਾਲਾ ਸਜਾਉਣ ਤੋਂ ਬਾਅਦ ਦਮਾਲੇ ਦੇ ਉੱਤੇ ਸਿਹਰਾ ਸਜਾਇਆ। ਸਿਹਰਾ ਸਜਾ ਕਰਕੇ ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ ਬਾਬਾ ਜੀ ਨੇ ਖੰਡਾ ਮਿਆਨ ਦੇ ਵਿੱਚੋਂ ਕੱਢ ਕੇ ਆਪਣੇ ਮੋਢੇ ਦੇ ਉੱਤੇ ਖੰਡਾ ਰੱਖ ਲਿਆ। ਤਖਤੋਂ ਉਤਰ ਨਿਹੰਗ ਸਿੰਘ ਪੂਜਨ ਚੱਲਿਓ ਦਰਬਾਰ। ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਤਰ੍ਹਾਂ ਤਿਆਰ ਬਰ ਤਿਆਰ ਹੋ ਕੇ ਬਾਬਾ ਗੁਰਬਖਸ਼ ਸਿੰਘ ਜੀ ਹੁਣ ਸ੍ਰੀ ਹਰਮੰਦਰ ਸਾਹਿਬ ਚੱਲੇ।
ਜਾ ਕਰਕੇ ਅਰਦਾਸ ਕਰਨ ਵਾਸਤੇ। ਚੌਪਈ ਹਰਮੰਦਰ ਸਿੰਘ ਤੁਰਿਓ ਚੋਰ, ਹੁਣ ਹਰਮੰਦਰ ਸਾਹਿਬ ਵੱਲ ਨੂੰ ਬਾਬਾ ਗੁਰਬਖਸ਼ ਸਿੰਘ ਜੀ ਤੁਰ ਪਏ। ਹਰੀ ਕੁਨਸ ਸਿੰਘ ਨਿਜ ਕਰ ਜੋਰ, ਤੇ ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਚੱਲਦੇ, ਸਾਰੇ ਗੁਰੂ ਕੇ ਸਿੰਘ ਖੜੇ ਹੋ ਕਰਕੇ ਦੋਵੇਂ ਹੱਥ ਜੋੜ ਕੇ ਬਾਬਾ ਜੀ ਨੂੰ ਨਮਸਕਾਰਾਂ ਕਰਦੇ। ਸਭ ਸਾਜਨ ਸਿੰਘ ਸ਼ਬਦ ਪੜਾਏ, ਤੇ ਖਾਲਸਾ ਜੀ ਗੁਰੂ ਕੇ ਸਿੰਘਾਂ ਨੂੰ ਬਾਬਾ ਗੁਰਬਖਸ਼ ਸਿੰਘ ਜੀ ਨੇ ਕਿਹਾ ਵੀ ਘੋੜੀਆਂ ਗਾਓ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਘੋੜੀਆਂ ਦੀ ਬਾਣੀ, ਪਹਿਲਾਂ ਘੋੜੀਆਂ ਦੀ ਬਾਣੀ ਦਾ ਜਾਪ ਹੋਇਆ, ਫਿਰ ਗੁਰੂ ਕੇ ਸਿੰਘ ਸ਼ਬਦ ਪੜਨ ਲੱਗੇ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਸ ਤਰ੍ਹਾਂ ਗੁਰੂ ਕੀ ਬਾਣੀ ਦਾ ਜਾਪ ਕਰਨ ਲੱਗੇ। ਮੰਗਲ ਮੁਖੀ ਜਨ ਮੰਗਲ ਗਾਏ, ਕਹਿੰਦੇ ਇਸ ਤਰ੍ਹਾਂ ਮੁਖ ਦੇ ਵਿੱਚੋਂ ਪਰਮਾਤਮਾ ਦੇ ਮੰਗਲ ਗੀਤ ਗਾਉਂਦੇ ਨੇ। ਤੋਰੇ ਤੋਰਿਓ ਸਿੰਘਨ ਨਿਸ਼ਾਨ, ਤੇ ਖਾਲਸਾ ਜੀ ਜਿਹੜਾ ਨਿਸ਼ਾਨ ਸਾਹਿਬ ਉਹ ਬਾਬਾ ਗੁਰਬਖਸ਼ ਸਿੰਘ ਜੀ ਦੇ ਮੂਹਰੇ ਚੱਲਦਾ ਹੈ। ਸਾਥ ਨਗਾਰੇ ਕੁਰਤੇ ਜਾਣ, ਤੇ ਨਾਲ ਨਾਲ ਨਗਾਰਿਆਂ ਤੇ ਚੋਬਾਂ ਵੱਜਦੀਆਂ। ਉਤੋਂ ਦਰਬ ਟਿਕਦਾਨ ਕਰਾਇਓ, ਤੇ ਬਾਬਾ ਗੁਰਬਖਸ਼ ਸਿੰਘ ਜੀ ਦੇ ਆਪਣੇ ਹੱਥੀ ਜਿਹੜੇ ਗਰੀਬ ਲੋਕ ਸੀ, ਸਭ ਤੋਂ ਪਹਿਲਾਂ ਉਹਨਾਂ ਨੂੰ ਗੁਰੂ ਕੇ ਖਜ਼ਾਨੇ ਦੇ ਵਿੱਚੋਂ ਭੇਟਾਵਾਂ ਦਿੱਤੀਆਂ। ਜਨ ਚੜਤੀ ਜਿਮ ਲਾਗ ਦਿਵਾਇਓ, ਕਹਿੰਦੇ ਜਿਵੇਂ ਬਰਾਤ ਚੱਲਣ ਲੱਗੀ ਹੋਵੇ, ਲਾਗ ਦਈਦਾ ਨਾ। ਬਾਬਾ ਗੁਰਬਖਸ਼ ਸਿੰਘ ਐਸੇ ਸ਼ਹੀਦ ਹੋਏ ਜਿਹੜੇ ਮੌਤ ਨੂੰ ਮਖੌਲ ਕਰਨ ਵਾਸਤੇ ਆਪਣੇ ਸ਼ਹੀਦੀ ਦੇ ਸਮੇਂ ਨੂੰ ਬਿਲਕੁਲ ਇੱਕ ਵਿਆਹ ਦੇ ਸਮੇਂ ਵਿੱਚ ਤਬਦੀਲ ਕਰ ਦਿੰਦੇ। ਬਾਬਾ ਗੁਰਬਖਸ਼ ਸਿੰਘ ਜੀ ਨੇ ਲਾਗ ਦੀ ਥਾਂ ਤੇ ਆਏ ਹੋਏ ਗਰੀਬਾਂ ਨੂੰ ਭੇਟਾਵਾਂ ਦਿੱਤੀਆਂ। ਝੰਡੀ ਜਿਮ ਸਿੰਘ ਪੂਜਿਓ ਝੰਡਾ, ਤੇ ਖਾਲਸਾ ਜੀ ਬਾਬਾ ਗੁਰਬਖਸ਼ ਸਿੰਘ ਇਸੇ ਤਰ੍ਹਾਂ ਨਿਸ਼ਾਨ ਸਾਹਿਬ ਦੀ ਤਾਬਿਆ ਹਰਮੰਦਰ ਸਾਹਿਬ ਨੂੰ ਵੱਧ ਦੇ। ਦਰਬਦਾਨ ਕਿਛ ਤੈ ਭੀ ਬੰਡਾ, ਤੇ ਨਿਸ਼ਾਨ ਸਾਹਿਬਾਂ ਦੀ ਜਿੱਥੇ ਮੀਰੀ ਪੀਰੀ ਦਾ ਨਿਸ਼ਾਨ ਸਾਹਿਬ ਹੈ, ਉਹਨਾਂ ਨੂੰ ਨਮਸਕਾਰਾਂ ਕੀਤੀਆਂ। ਇਹ ਸਾਡੇ ਸ਼ਹੀਦ ਨੇ ਤੇ ਆਪਣੇ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ। ਜਿਨ੍ਹਾਂ ਆਪਣੇ ਸਰੀਰ ਦਾ ਲਹੂ ਡੋਲਿਆ, ਖਾਲਸਾ ਜੀ ਉਹਨਾਂ ਨੂੰ ਵਿਰਾਸਤ ਵਿੱਚ ਜੋ ਵੀ ਕਲਗੀਆਂ ਵਾਲੇ ਨੇ ਦਿੱਤਾ, ਉਹ ਝੁਕ ਝੁਕ ਕੇ ਸਲਾਮਾਂ ਤੇ ਨਮਸਕਾਰਾਂ ਕਰਦੇ ਰਹੇ। ਅੱਜ ਸਾਡੇ ਵਿੱਚ ਇਹੀ ਸ਼ੰਕਾ ਉੱਠ ਜਾਂਦਾ ਵੀ ਨਿਸ਼ਾਨ ਸਾਹਿਬ ਨੂੰ ਮੱਥਾ ਟੇਕੀਏ ਕਿ ਨਾ ਟੇਕੀਏ। ਜਿਹੜਾ ਨਿਸ਼ਾਨ ਸਾਹਿਬ ਕਲਗੀਆਂ ਵਾਲੇ ਨਾਲ ਜੋੜਦਾ ਹੋਵੇ, ਉਹ ਨਿਸ਼ਾਨ ਸਾਹਿਬ ਵੀ ਪੂਜਨਯੋਗ ਹੈ। ਤੇ ਨਿਸ਼ਾਨ ਸਾਹਿਬ ਸ਼ਹੀਦਾਂ ਦੇ ਲਹੂ ਨਾਲ ਝੁਲਦੇ ਨੇ। ਇਹ ਨਿਸ਼ਾਨ ਸਾਹਿਬ ਦੁਨਿਆਵੀ ਦੇਸ਼ਾਂ ਦਾ ਨਹੀਂ, ਨਿਸ਼ਾਨ ਸਾਹਿਬ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਹੈ। ਇਹ ਪਰਮਾਤਮਾ ਦੇ ਰਾਜ ਦਾ ਪ੍ਰਤੀਕ ਹੈ। ਤੇ ਜਿਹੜਾ ਵੀ ਪਰਮਾਤਮਾ ਦੇ ਰਾਜ ਨੂੰ ਮਾਣਨਾ ਚਾਹੁੰਦਾ ਹੈ, ਉਹ ਹਮੇਸ਼ਾ ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਦਾ ਹੈ। ਇਸੇ ਕਰਕੇ ਅੱਜ ਵੀ ਭਾਵਨਾ ਵਾਲੇ ਸਿੱਖ ਨਿਸ਼ਾਨ ਸਾਹਿਬਾਂ ਦਾ ਵੀ ਸਤਿਕਾਰ ਕਰਦੇ। ਬਾਬਾ ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ ਜੀ, ਉਹਨਾਂ ਨੇ ਮੀਰੀ ਪੀਰੀ ਦੇ ਦੋਵੇਂ ਨਿਸ਼ਾਨਾਂ ਨੂੰ ਨਮਸਕਾਰ ਕੀਤੀ। ਦਰਸ਼ਨੀ ਦਰਵਾਜੇ ਜਬ ਸਿੰਘ ਗਿਓ, ਤੇ ਨਮਸਕਾਰ ਕਰਨ ਤੋਂ ਬਾਅਦ ਜੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਵਿੱਚ ਪਾਵਨ ਪਵਿੱਤਰ ਦਰਸ਼ਨੀ ਡਿਓੜੀ ਹੈ, ਉੱਥੇ ਆ ਕਰਕੇ ਖੜੇ ਹੋ ਗਏ। ਕਰ ਕੁਨਸ ਸਿਰ ਅਵਨ ਟਿਕਿਓ, ਤੇ ਦਰਸ਼ਨੀ ਡਿਓੜੀ ਦੇ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਬਾਬਾ ਗੁਰਬਖਸ਼ ਸਿੰਘ ਜੀ ਨੇ ਦਰਸ਼ਨੀ ਡਿਓੜੀ ਦੀ ਦਹਲੀਜ਼ ਤੇ ਆਪਣਾ ਮਸਤਕ ਰੱਖਿਆ ਤੇ ਸੰਗਤਾਂ ਦੀ ਚਰਨ ਧੂੜ ਨੂੰ ਮੱਥੇ ਨਾਲ ਲਾਇਆ। ਇਹ ਸਾਡੇ ਬਜ਼ੁਰਗਾਂ ਦੀ ਪੂਰਵਜਾਂ ਦੀ ਮਰਿਆਦਾ ਸੀ ਕਿ ਗੁਰੂ ਘਰ ਜਦੋਂ ਜਾਂਦੇ ਸੀ ਨਾ, ਤੇ ਗੁਰੂ ਘਰ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਡਿਓੜੀ ਤੇ ਖੜ ਕੇ ਖਾਲਸਾ ਜੀ ਉੱਥੇ ਦਹਲੀਜ਼ ਤੇ ਮਸਤਕ ਰੱਖ ਕੇ ਇੱਕ ਵਾਰ ਅਰਦਾਸ ਕਰਦੇ ਸੀ, ਪਾਤਸ਼ਾਹ ਤੇਰਾ ਸ਼ੁਕਰ ਹੈ ਆਪਣੇ ਦਰਸ਼ਨ ਦੇ ਕੇ ਨਿਹਾਲ ਕੀਤਾ। ਆਪਣੇ ਭੁੱਲਾਂ ਦੀ ਖਿਮਾ ਮੰਗਦੇ ਸੀ। ਸੋ ਇਸ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜੀ ਨੇ ਦਰਸ਼ਨੀ ਡਿਓੜੀ ਤੇ ਜਾ ਕਰਕੇ ਸਭ ਤੋਂ ਪਹਿਲਾਂ ਦਹਲੀਜ਼ ਤੇ ਮਸਤਕ ਰੱਖ ਕੇ ਗੁਰੂ ਰਾਮਦਾਸ ਦੇ ਚਰਨਾਂ ਦੀ ਧੂੜੀ ਨੂੰ ਲੋਚਿਆ। ਆਗੇ ਤੁਰ ਢਿਗ ਪੂਜਿਓ ਦਰਬਾਰ, ਹੁਣ ਬਾਬਾ ਗੁਰਬਖਸ਼ ਸਿੰਘ ਜੀ ਦਰਸ਼ਨੀ ਡਿਓੜੀ ਤੋਂ ਅੰਦਰ ਲੰਘੇ ਤੇ ਖਾਲਸਾ ਜੀ ਜਿਹੜੇ ਉੱਥੇ 84 ਕਦਮ ਨੇ, ਜਿਹੜਾ ਉਹ 84 ਕਦਮਾਂ ਨੂੰ ਬੜੇ ਸਹਿਜ ਅਵਸਥਾ ਨਾਲ ਪਾਰ ਕਰਦਾ ਹੈ ਨਾ, ਉਹ ਮੁੜ ਕੇ 84 ਲੱਖ ਦੇ ਗੇੜ ਵਿੱਚ ਨਹੀਂ ਫਸਦਾ। ਕਈ ਹਰਮੰਦਰ ਸਾਹਿਬ ਜਾਣ ਤੇ ਉੱਥੇ ਵੀ ਕਾਹਲੀ ਪਈ ਰਹਿੰਦੀ ਹੈ ਵੀ ਛੇਤੀ ਛੇਤੀ ਮੱਥਾ ਟੇਕੀਏ, ਲਾਈਨ ਵਿੱਚ ਨਾ ਲੱਗਣਾ ਪਵੇ। ਪਰ ਖਾਲਸਾ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਵਿੱਚ ਜਾ ਕੇ ਭਾਵਨਾ ਦੇ ਨਾਲ ਖੁੱਲੇ ਦਰਸ਼ਨ ਦੀਦਾਰ ਕਰੀਏ, ਕਿਉਂਕਿ ਉਹੋ ਜਿਹਾ ਸੱਚਖੰਡ ਦੁਨੀਆ ਦੇ ਤਖਤੇ ਤੇ ਹੋਰ ਨਹੀਂ। ਤੇ ਜਿਹੜਾ ਗੁਰੂ ਰਾਮਦਾਸ ਦੇ ਘਰ ਵਿੱਚ ਜਾ ਕੇ 84 ਕਦਮਾਂ ਨੂੰ ਬਾਣੀ ਪੜ੍ਹ ਕੇ ਪਾਰ ਕਰਦਾ, ਮੁੜ ਕੇ 84 ਦੇ ਗੇੜ ਵਿੱਚ ਨਹੀਂ ਆਉਂਦਾ।
ਸੋ ਬਾਬਾ ਗੁਰਬਖਸ਼ ਸਿੰਘ ਜੀ ਉਹ 84 ਕਦਮ ਲੰਘ ਕੇ ਹੁਣ ਹਰਮੰਦਰ ਸਾਹਿਬ ਦਰਬਾਰ ਸਾਹਿਬ ਪਹੁੰਚੇ। ਦਈ ਪਰਦਚਨਾ ਫਿਰ ਵੱਲ ਚਾਰ। ਤੇ ਖਾਲਸਾ ਜੀ ਬਾਬਾ ਗੁਰਬਖਸ਼ ਸਿੰਘ ਜੀ ਨੇ ਸਭ ਤੋਂ ਪਹਿਲਾਂ ਪਰਿਕਰਮਾ ਕੀਤੀਆਂ। 4 ਪਰਿਕਰਮਾ ਬਾਬਾ ਗੁਰਬਖਸ਼ ਸਿੰਘ ਜੀ ਨੇ ਦਰਬਾਰ ਸਾਹਿਬ ਦੀਆਂ ਕੀਤੀਆਂ। ਉਤੇ ਸੁਮਨ ਸੋ ਦਏ ਬਰਸਾਏ। ਖਾਲਸਾ ਜੀ ਤੇ ਜਿਹੜੇ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ ਸਿੰਘ ਸੀ ਉਹ ਗੁਰੂ ਕੇ ਸਿੰਘ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਮੁੱਖ ਰੱਖ ਕੇ ਫੁੱਲਾਂ ਦੀ ਵਰਖਾ ਕਰਨ ਲੱਗ ਪਏ। ਹਰਮੰਦਰ ਢਿੱਗ ਖੜੇ ਸੁਆਏ। ਤੇ ਪਰਿਕਰਮਾ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਜੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਖੜੇ ਹੋ ਗਏ। ਦੋਹਰਾ ਹਰਮੰਦਰ ਤੇ ਕੇ ਹਜੂਰ ਯਮ ਖੜ ਕਰ ਕਰੀ ਅਰਦਾਸ। ਤੇ ਹੁਣ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਸ਼ਹੀਦੀ ਪਾਉਣ ਤੋਂ ਪਹਿਲਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਖੜ ਕੇ ਅਰਦਾਸ ਕਰਦੇ ਨੇ। ਸਤਿਗੁਰ ਸਿੱਖੀ ਸੰਗ ਨਿਭੈ ਸੀਸ ਕੇਸਨ ਕੇ ਸਾਸ। ਅਰਦਾਸ ਕੀਤੀ ਹੈ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰੀ ਆ ਗੁਰੂ ਕਾ ਸਿੱਖ ਤੇਰੇ ਚਰਨਾਂ ਵਿੱਚ ਚੱਲ ਕੇ ਆਇਆ, ਸਿੱਖੀ ਸਿਦਕ ਨਿਭਾਉਣ ਦਾ ਬਲ ਬਖਸ਼ੀ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਦਾ ਬਲ ਬਖਸ਼ੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ। ਇਸ ਤਰ੍ਹਾਂ ਬਾਬਾ ਜੀ ਨੇ ਆ ਕੇ ਅਰਦਾਸ ਕੀਤੀ। ਚੌਪਈ ਉਤ ਗਿਲ ਜਨ ਵੱਡ ਕਰੀ ਤਿਆਰੀ। ਇਧਰੋਂ ਬਾਬਾ ਗੁਰਬਖਸ਼ ਸਿੰਘ ਜੀ ਨੇ ਅਰਦਾਸਾ ਸੋਧਿਆ, ਉਧਰੋਂ ਅਬਦਾਲੀ ਦੀ 30,000 ਗਿਲਜਿਆਂ ਦੀ ਫੌਜ ਨੇ ਵੀ ਤਿਆਰੀ ਕਰ ਲਈ। ਸਿੰਘਨ ਫੌਜ ਸੁਣੀ ਉਨ ਭਾਰੀ। ਖਾਲਸਾ ਜੀ ਗਿਲਜਿਆਂ ਦੀ ਫੌਜ ਨੂੰ ਜਦੋਂ ਪਤਾ ਲੱਗਾ ਵੀ ਉੱਥੇ 30 ਗੁਰੂ ਕੇ ਸਿੰਘ, ਕਹਿੰਦੇ ਉਹ ਵੇਖਣ ਵਿੱਚ 30 ਨੇ ਪਰ ਜਦੋਂ ਚੜ ਕੇ ਗਏ ਤੇ 1.25 ਲੱਖ ਨਾਲ ਟੱਕਰਾ ਕਰਨਗੇ। ਉਹ ਵੇਖਣ ਵਿੱਚ ਥੋੜੇ ਲੱਗਦੇ ਆ ਪਰ ਜਦੋਂ ਜੰਗ ਦੇ ਮੈਦਾਨ ਵਿੱਚ ਗਰਜਦੇ ਬੱਬਰ ਸ਼ੇਰ ਦੀ ਤਰ੍ਹਾਂ ਤੇ ਕੱਲਾ ਸਿੱਖ ਵੀ 1.25 ਲੱਖ ਵਰਗਾ ਜਾਪਦਾ। ਇਸ ਤਰ੍ਹਾਂ ਕਹਿੰਦੇ ਗਿਲਜੇ ਵੀ ਡਰਦੇ ਵੱਡੀ ਤਿਆਰੀ ਕਰਦੇ ਨੇ। ਗਿਲਜੰ ਟੋਪ ਸੰਜੋਏ ਸਵਾਰੇ। ਤੇ ਗਿਲਜਿਆਂ ਨੇ ਤੋਪਾਂ ਲੈ ਲੀਆਂ, ਆਪਣੇ ਸਰੀਰ ਦੇ ਉੱਤੇ ਲੋਹੇ ਦੀਆਂ ਸੰਜੋਆਂ ਪਹਿਨ ਲੀਆਂ। ਸਿੰਘ ਰੱਖਿਆ ਹਿਤ ਵਸਤਰ ਨਾ ਧਾਰੇ। ਤੇ ਇੱਧਰ ਗੁਰੂ ਕੇ ਸਿੱਖ ਉਹਨਾਂ ਨੇ ਆਪਣੇ ਤਨ ਦੇ ਉੱਤੇ ਕੋਈ ਲੋਹੇ ਦਾ ਵਸਤਰ ਨਹੀਂ ਪਹਿਨਿਆ। ਗੁਰੂ ਕੇ ਸਿੰਘਾਂ ਨੂੰ ਮੌਤ ਦਾ ਭੈ ਨਹੀਂ, ਉਹ ਤੇ ਪਹਿਲਾਂ ਹੀ ਖਾਲਸਾ ਜੀ ਸ਼ਹੀਦੀ ਪਾਉਣ ਲਈ ਤਿਆਰ ਨੇ। ਇਸ ਕਰਕੇ ਉਹਨਾਂ ਨੇ ਆਪਣੀ ਰੱਖਿਆ ਵਾਸਤੇ ਕੋਈ ਵੀ ਲੋਹੇ ਦੀ ਸੰਜੋ ਆਪਣੇ ਤਨ ਤੇ ਨਹੀਂ ਪਹਿਨੀ। ਗਿਲਜਨ ਸਾਜ ਤੁਮਾਰਨ ਕੀਓ। ਖਾਲਸਾ ਜੀ ਤੇ ਇਧਰੋਂ ਗਿਲਜਿਆਂ ਨੇ ਲੜਾਈ ਵਾਸਤੇ ਪੂਰਾ ਸਾਜੋ ਸਮਾਨ ਨਾਲ ਲੈ ਲਿਆ। ਸਿੰਘਨ ਸਾਜ ਤੁਮਰਨੇ ਲਿਓ। ਪਰ ਗੁਰੂ ਕੇ ਸਿੰਘਾਂ ਨੇ ਤੇ ਪਹਿਲਾਂ ਹੀ ਸ਼ਹੀਦੀ ਪਾਉਣ ਦਾ ਢੰਗ ਲੱਭਿਆ ਹੋਇਆ। ਗਿਲਜਨ ਲੀਨੇ ਲੰਮੇ ਹਥਿਆਰ। ਗਿਲਜਿਆਂ ਨੇ ਲੰਮੀ ਨਾਲੀ ਵਾਲੀਆਂ ਬੰਦੂਕਾਂ ਨਾਲ ਲੈ ਲੀਆਂ। ਤੀਰ ਬੰਦੂਕ ਕਰਾ ਬਿਨ ਸੁਧਾਰ। ਤੀਰ ਵੀ ਨਾਲ ਲੈ ਲਏ ਤੇ ਬੰਦੂਕਾਂ ਵੀ ਨਾਲ ਰੱਖ ਲਈਆਂ। ਸਿੰਘਨ ਨੇ ਦੋ ਫੜੇ ਹਥਿਆਰ। ਤੇ ਇੱਧਰ ਗੁਰੂ ਕੇ ਸਿੰਘਾਂ ਕੋਲ ਕਿਹੜੇ ਹਥਿਆਰ ਸੁਣਨਾ ਕਰੀਏ। ਕਰਦ ਕਟਾਰੀ ਤੇਗ ਨਮਸਕਾਰ। ਕਹਿੰਦੇ ਗੁਰੂ ਕੇ ਸਿੰਘਾਂ ਕੋਲ ਕਲਗੀਆਂ ਵਾਲੇ ਦੀ ਬਖਸ਼ੀ 3-3 ਫੁੱਟੀ ਤੇਗਾਂ। ਤੇ ਖਾਲਸਾ ਜੀ ਗੁਰੂ ਕੇ ਸਿੰਘਾਂ ਦੇ ਕੋਲ ਕੇਵਲ ਤੇ ਕੇਵਲ ਵੱਡੇ ਨੇਜੇ ਤੇ ਬਰਸ਼ੇ ਹੀ ਮੌਜੂਦ ਨੇ। ਕਈ ਸਿੰਘਨ ਪੰਕੂਟਨ ਫੜੇ। ਤੇ ਕਹਿੰਦੇ ਕੁਝ ਗੁਰੂ ਕੇ ਸਿੰਘਾਂ ਦੇ ਕੋਲ ਵੱਡੀਆਂ ਸ਼ਮਸ਼ੀਰਾਂ ਤੇ ਨੇਜੇ ਵੀ ਨਹੀਂ, ਉਹਨਾਂ ਦੇ ਕੋਲ ਛੋਟੀਆਂ ਸ਼ਮਸ਼ੀਰਾਂ। ਤੇ ਜਿਹੜੇ ਗੁਰੂ ਕੇ ਸਿੰਘ ਜਿਸ ਲੱਕੜ ਦੇ ਵੱਡੇ ਸਲੋਤਰ ਦੇ ਨਾਲ ਸ਼ਰਧਾਈਆਂ ਦੇ ਰਗੜੇ ਲਾਉਂਦੇ ਸ਼ਹੀਦੀ ਦੇਗਾਂ ਦੇ, ਕਹਿੰਦੇ ਕੁਝ ਗੁਰੂ ਕੇ ਸਿੰਘਾਂ ਨੇ ਉਹ ਸਲੋਤਰ ਹੀ ਪਕੜ ਲਏ। ਸਭ ਤੇ ਮੋਰੇ ਸੋ ਹੋਏ ਖੜੇ। ਤੇ ਕਹਿੰਦੇ ਜਿਨ੍ਹਾਂ ਕੋਲ ਵੱਡੇ ਵੱਡੇ ਸਲੋਤਰ ਸੀ ਨਾ, ਕਹਿੰਦੇ ਉਹ ਸਾਰਿਆਂ ਤੋਂ ਮੂਹਰੇ ਹੋ ਗਏ ਵੀ ਸਭ ਤੋਂ ਪਹਿਲਾਂ ਦੁਸ਼ਮਣ ਦਾ ਟਾਕਰਾ ਅਸੀਂ ਕਰਾਂਗੇ। ਗੱਜ ਕੇ ਆਖੋ ਸਤਨਾਮ ਸ਼੍ਰੀ। ਖਾਲਸਾ ਜੀ ਆ ਜਜ਼ਬਾ ਕਿਤੇ ਮਿਲਣਾ ਥੋੜਾ। ਵੈਸੇ ਹਰ ਇੱਕ ਮਜ਼ਹਬ ਵਿੱਚ ਹਰ ਇੱਕ ਕੌਮ ਵਿੱਚ ਕੋਈ ਨਾ ਕੋਈ ਸ਼ਹੀਦ ਜ਼ਰੂਰ ਹੈ, ਪਰ ਸਿੱਖ ਮਾਣ ਦੇ ਨਾਲ ਆਪਣੇ ਸ਼ਹੀਦਾਂ ਨੂੰ ਤਾਂ ਪੂਜਦਾ ਹੈ। ਇੱਕ ਹੁੰਦਾ ਜੰਗ ਦੇ ਮੈਦਾਨ ਵਿੱਚ ਜਿੱਤਣ ਵਾਸਤੇ ਜਾਣਾ, ਜੰਗ ਦੇ ਮੈਦਾਨ ਵਿੱਚ ਅਗਲੇ ਨੂੰ ਮਾਰਨ ਵਾਸਤੇ ਜਾਣਾ ਤੇ ਖੁਦਾ ਦੇ ਹੁਕਮ ਦੇ ਨਾਲ ਖੁਦ ਮਾਰਿਆ ਜਾਵੇ ਤੇ ਉਹਨੂੰ ਵੀ ਸ਼ਹੀਦ ਕਿਹਾ ਜਾਂਦਾ ਹੈ। ਪਰ ਸਿੱਖਾਂ ਵਿੱਚ ਉਹ ਸ਼ਹੀਦ ਹੋਏ ਨੇ ਜਿਹੜੇ ਜੰਗ ਦੇ ਮੈਦਾਨ ਵਿੱਚ ਗਏ ਸ਼ਹੀਦ ਹੋਣ ਵਾਸਤੇ ਸਨ, ਜਿਹੜੇ ਪਹਿਲਾਂ ਹੀ ਪੜ੍ਹ ਕੇ ਗਏ ਸਨ ਵੀ ਮੋਹੇ ਮਰਨੇ ਕਾ ਚਾਓ ਹੈ ਮਰੋ ਤਾਂ ਹਰ ਕੇ ਦੁਆਰ। ਤੇ ਜੰਗ ਦੇ ਮੈਦਾਨ ਵਿੱਚ ਜਿਹਦੇ ਕੋਲ ਸ਼ਸਤਰ ਥੋੜੇ ਹੁੰਦੇ ਸੀ ਉਹ ਸਭ ਤੋਂ ਪਿੱਛੇ ਹੁੰਦੇ ਸੀ ਕਟਾਰ ਵਿੱਚ। ਪਰ ਗੁਰੂ ਕੇ ਸਿੱਖਾਂ ਦੇ ਵਿੱਚ ਵੇਖਣ ਲਈ ਆਇਆ
ਜਿਨ੍ਹਾਂ ਕੋਲ ਸ਼ਸਤਰ ਘੱਟ ਸੀ ਉਹ ਜੰਗ ਦੇ ਵਿੱਚ ਸਭ ਤੋਂ ਮੂਹਰੇ ਹੋ ਕੇ ਲੜਦੇ ਨੇ। ਸੋ ਜਿਹੜੇ ਸਿੰਘਾਂ ਦੇ ਕੋਲ ਸਲੋਤਰ ਸੀ, ਸੋਟੇ ਸੀ, ਕਹਿੰਦੇ ਉਹ ਸਲੋਤਰ ਪਕੜ ਕੇ ਹੀ ਜੰਗ ਦੇ ਮੈਦਾਨ ਵਿੱਚ ਸਭ ਤੋਂ ਮੂਹਰੇ ਹੋ ਗਏ। ਕਈ ਸਿੰਘ ਚੜਤ ਘੋੜਨ ਖਲੋਏ, ਤੇ ਕਹਿੰਦੇ ਕੁਝ ਗੁਰੂ ਕੇ ਸਿੰਘ ਘੋੜਿਆਂ ਤੇ ਖੜੇ ਹੋ ਗਏ। ਘੋੜਿਆਂ ਤੇ ਬੈਠਣਾ ਤੇ ਇੱਕ ਪਾਸੇ, ਆ ਜਦੋਂ ਆਨੰਦਪੁਰ ਸਾਹਿਬ ਹੋਲਾ ਮਹੱਲਾ ਹੁੰਦਾ ਤੇ ਗੁਰੂ ਕੀਆਂ ਲਾਡਲੀਆਂ ਫੌਜਾਂ 2-2 6-6 ਘੋੜਿਆਂ ਤੇ ਇਕੱਲਾ ਕੱਲਾ ਸਿੰਘ ਖੜਾ ਹੋ ਜਾਂਦਾ ਤੇ ਹੱਥ ਛੱਡ ਕੇ ਵੀ ਗੁਰੂ ਕੇ ਸਿੰਘ ਘੋੜ ਦੌੜਾ ਕਰਦੇ। ਕਹਿੰਦੇ ਇਸ ਤਰ੍ਹਾਂ ਗੁਰੂ ਕੇ ਸਿੰਘ ਘੋੜਿਆਂ ਤੇ ਖੜੇ ਹੋ ਗਏ ਤੇ ਹੱਥਾਂ ਵਿੱਚ ਸ਼ਮਸ਼ੀਰਾਂ ਪਕੜ ਲਈਆਂ ਤੇ ਵੇਖਦੇ ਘੋੜਿਆਂ ਤੇ ਖੜੇ ਹੋ ਕਰਕੇ ਵੀ ਕਦੋਂ ਆਉਣਗੇ ਅਬਦਾਲੀ ਦੀਆਂ ਫੌਜਾਂ, ਕਦੋਂ ਚੜ ਕੇ ਆਉਣਗੀਆਂ ਤੇ ਕਦੋਂ ਮੁਕਾਬਲਾ ਕਰਾਂਗੇ। ਔਰ ਨੇ ਅੱਗੇ ਔਰ ਚਾਹੇ ਹੋਏ, ਤੇ ਖਾਲਸਾ ਜੀ ਸਾਰੇ ਸਿੱਖ ਇੱਕ ਦੂਸਰੇ ਨੂੰ ਕਹਿੰਦੇ ਕਿ ਪਹਿਲਾਂ ਮੈਂ ਅੱਗੇ ਜਾਵਾਂਗਾ, ਪਹਿਲਾਂ ਮੈਂ ਅੱਗੇ ਜਾਵਾਂਗਾ, ਪਹਿਲਾਂ ਮੈਂ ਸ਼ਹੀਦ ਹੋਵਾਂਗਾ। ਤੇ ਦੂਸਰਾ ਸਿੱਖ ਕਹਿੰਦਾ ਨਹੀਂ, ਪਹਿਲਾਂ ਮੈਂ ਸ਼ਹੀਦ ਹੋਵਾਂਗਾ। ਕਹਿੰਦੇ ਇਹ ਸਿੱਖਾਂ ਦੇ ਵਿੱਚ ਇਤਫਾਕ ਸੀ ਕਿ ਸਿੱਖ ਪਰਿਵਾਰਤ ਜਾਣ। ਜਦੋਂ ਖਾਲਸਾ ਜੀ ਦੁਸ਼ਮਣ ਅਬਦਾਲੀ ਨੇ ਪੁੱਛਿਆ ਨਾ ਵੀ ਮਰਦੇ ਕਿਉਂ ਨਹੀਂ, ਇਹ ਰੋਲਾ ਕਿਉਂ ਪੈਂਦਾ, ਤੇ ਅਬਦਾਲੀ ਦੇ ਵਜ਼ੀਰ ਨੇ ਵੀ ਕਿਹਾ ਵੀ ਇੱਥੇ ਰੋਲਾ ਇਸ ਗੱਲ ਦਾ ਨਹੀਂ ਕਿ ਸਾਹਮਣੇੋਂ ਮੌਤ ਚੜ ਕੇ ਆ ਰਹੀ ਹੈ ਤੇ ਪਹਿਲਾਂ ਤੂੰ ਅੱਗੇ ਹੋ, ਪਹਿਲਾਂ ਤੂੰ ਅੱਗੇ ਹੋ। ਕਹਿੰਦਾ ਪਤਾ ਨਹੀਂ ਸਿੱਖਾਂ ਨੂੰ ਕਲਗੀਆਂ ਵਾਲੇ ਅੰਮ੍ਰਿਤ ਦੇ ਬਾਟੇ ਵਿੱਚ ਕੀ ਘੋਲ ਕੇ ਪਿਆ ਗਏ। ਇਹ ਸਾਰੇ ਇੱਕ ਦੂਸਰੇ ਨੂੰ ਕਹਿੰਦੇ ਪਹਿਲਾਂ ਮੈਂ ਸ਼ਹੀਦ ਹੋਵਾਂਗਾ, ਪਹਿਲਾਂ ਮੈਂ ਸ਼ਹੀਦ ਹੋਵਾਂਗਾ। ਕਹਿੰਦੇ ਇਸ ਤਰ੍ਹਾਂ ਗੁਰੂ ਕੇ ਸਿੱਖ ਇੱਕ ਦੂਸਰੇ ਤੋਂ ਅੱਗੇ ਹੋ ਕੇ ਸ਼ਹੀਦੀ ਦਾ ਜਜ਼ਬਾ ਬੁਲੰਦ ਕਰਦੇ। ਆਪ ਵਿੱਚ ਤੇ ਕਰੇ ਕਰਾਰ, ਇਸ ਤਰ੍ਹਾਂ ਸਾਰੇ ਆਪਸ ਵਿੱਚ ਕਰਾਰ ਕਰਦੇ ਤੋਹ ਤੇ ਅੱਗੇ ਮੈਂ ਹੋਗ ਸਿਧਾਰ, ਕਿ ਭਰਾਵਾ ਤੇਰੇ ਤੋਂ ਪਹਿਲਾਂ ਮੈਂ ਜਾ ਕੇ ਅਬਦਾਲੀ ਦੀ ਫੌਜਾਂ ਦਾ ਮੁਕਾਬਲਾ ਕਰਾਂਗਾ। ਦੋਹਰਾ ਸ੍ਰੀ ਗੁਰੂ ਬਖਸ਼ੇ ਸਿੰਘ ਜੋ ਹੋਏ ਬਗਿਓ ਬੁੰਗੇ ਤਿਆਰ। ਤੇ ਇਧਰੋਂ ਬਾਬਾ ਗੁਰਬਖਸ਼ ਸਿੰਘ ਜੀ ਨੇ ਹੰਗ ਸਿੰਘ ਤਿਆਰ ਹੋ ਕੇ ਅਕਾਲ ਤਖਤ ਸਾਹਿਬ ਵਿਖੇ ਐ ਸੱਜ ਕੇ ਖਾਲਸਾ ਜੀ ਸੁਭਾਏਮਾਨ ਹੋ ਗਏ। ਜਨ ਲਾੜਾ ਖੁਸ਼ੀਆਂ ਚਿੱਤੇ ਸੁਨ ਸੁੰਦਰ ਬਹੁ ਮੁਟਿਆਰ। ਕਹਿੰਦੇ ਜਿਵੇਂ ਵਿਆਹ ਦੇ ਵਿੱਚ ਲਾੜੇ ਨੂੰ ਖੁਸ਼ੀ ਚੜ੍ਹਦੀ ਨਾ ਵੀ ਅੱਜ ਵਿਆਹੇ ਜਾਣਾ, ਤੇ ਖਾਲਸਾ ਜੀ ਲਾੜਾ ਇੱਕ ਪਾਸੇ ਬੈਠ ਕੇ ਹੱਸਦਾ ਹੁੰਦਾ। ਕਹਿੰਦੇ ਉਸੇ ਲਾੜੇ ਦੀ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜੀ ਵੀ ਅਕਾਲ ਤਖਤ ਸਾਹਿਬ ਵਿਖੇ ਸੁਭਾਏਮਾਨ ਹੋ ਕੇ ਚਿਹਰੇ ਦੇ ਉੱਤੇ ਬਿਲਕੁਲ ਵੀ ਸ਼ਿਕਵਾ ਨਹੀਂ, ਚਿਹਰੇ ਦੇ ਉੱਤੇ ਬਿਲਕੁਲ ਵੀ ਦੁੱਖ ਨਹੀਂ, ਚਿਹਰੇ ਦੇ ਉੱਤੇ ਬਿਲਕੁਲ ਵੀ ਚਿੰਤਾ ਨਹੀਂ। ਬਾਬਾ ਗੁਰਬਖਸ਼ ਸਿੰਘ ਜੀ ਦੇ ਚਿਹਰੇ ਦੇ ਉੱਤੇ ਇੰਨਾ ਕਿ ਖੇੜਾ ਕਿ 100 ਲਾੜਿਆਂ ਦੇ ਚਿਹਰੇ ਦੀ ਰੌਣਕ ਵੀ ਫਿੱਕੀ ਪੈ ਜਾਵੇ। ਤੇ ਬਾਬਾ ਗੁਰਬਖਸ਼ ਸਿੰਘ ਜੀ ਅਕਾਲ ਤਖਤ ਸਾਹਿਬ ਵਿਖੇ ਬੈਠ ਕਰਕੇ ਆਪਣੇ ਮਸ਼ਹਿਰੇ ਤਾਹ ਨੂੰ ਕਰਕੇ ਗੁਰੂ ਕੀ ਬਾਣੀ ਦਾ ਜਾਪ ਕਰਦੇ ਹੋਏ ਸਾਹਮਣੇ ਮੌਤ ਦੀ ਉਡੀਕ ਕਰਦੇ ਨੇ। ਜੋ ਪਈ ਨਿਸ਼ਾਨ ਚੁਲੇ ਉਹ ਨਿਗਾਰੇ ਬਜਵਾਏ। ਤੇ ਹਰਮੰਦਰ ਸਾਹਿਬ ਦਾ ਨਜ਼ਾਰਾ ਭਾਈ ਰਤਨ ਸਿੰਘ ਭੰਗੂ ਦੱਸਦੇ ਕਿ ਅਕਾਲ ਤਖਤ ਤੇ ਬਾਬਾ ਗੁਰਬਖਸ਼ ਸਿੰਘ ਸਜੇ, ਇੱਕ ਪਾਸੇ ਮੀਰੀ ਪੀਰੀ ਦੇ ਨਿਸ਼ਾਨ ਝੁਲਦੇ, ਇੱਕ ਪਾਸੇ ਗੁਰੂ ਕੇ ਸਿੰਘ ਨਗਾਰਿਆਂ ਤੇ ਚੌਬਾਂ ਲਾਉਂਦੇ। ਰਬਾਬ ਜੋੜੀ ਕਰ ਸ਼ਬਦ ਸੁਗਾਏ। ਤੇ ਕੁਝ ਗੁਰੂ ਕੇ ਸਿੰਘ ਰਬਾਬ ਤੇ ਤਬਲੇ ਦੀ ਜੋੜੀ ਲੈ ਕਰਕੇ ਸ਼ਬਦ ਗਾਉਂਦੇ। ਗ੍ਰੰਥ ਮਦ ਕੀ ਘੋੜੀ ਗਵਾਏ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਘੋੜੀਆਂ ਦਾ ਪਾਠ ਹੈ ਉਸ ਦਾ ਵੀ ਜਾਪ ਕਰਦੇ। ਕਰੇ ਫਰਮਾਇਸ਼ ਔਰ ਸੁਣਾਏ। ਤੇ ਬਾਬਾ ਗੁਰਬਖਸ਼ ਸਿੰਘ ਜੀ ਰਾਗੀ ਸਿੰਘਾਂ ਨੂੰ ਕਹਿੰਦੇ ਵੀ ਸਿੰਘੋ ਹੋਰ ਸ਼ਬਦ ਗਾ ਕੇ ਸੁਣਾਓ। ਪ੍ਰਾਂਤ ਭਈ ਤੋਂ ਗਿਲਜੇ ਆਏ। ਕਿਉਂਕਿ ਖਾਲਸਾ ਜੀ ਬਾਬਾ ਗੁਰਬਖਸ਼ ਸਿੰਘ ਜੀ ਦਾ ਨੇਮ ਸੀ 12 ਵਜੇ ਤੋਂ ਬਾਅਦ ਹੀ ਚੌਂਕੜਾ ਲਾ ਲੈਣਾ। ਕਹਿੰਦੇ ਅਬਦਾਲੀ ਦੀ ਫੌਜਾਂ ਹਜੇ ਚੜ ਕੇ ਨਹੀਂ ਆਈਆਂ, ਪਰ ਗੁਰੂ ਕੇ ਸਿੰਘਾਂ ਨੇ ਅੱਧੀ ਰਾਤ ਨੂੰ ਹੀ ਤਿਆਰੀ ਕਰ ਲਈ ਵੀ ਸਵੇਰੇ ਸ਼ਹੀਦੀਆਂ ਪਾਵਾਂਗੇ। ਕਹਿੰਦੇ ਅੰਮ੍ਰਿਤ ਵੇਲੇ 12 ਵਜੇ ਤੋਂ ਬਾਅਦ ਹੀ ਤਿਆਰੀ ਕਰਨ ਲੱਗ ਪਏ। ਤੇ ਕਹਿੰਦੇ ਬਾਣੀ ਪੜ੍ਹਦੇ ਤਿਆਰੀ ਕਰਦੇ ਹੁਣ ਦਿਨ ਚੜ ਗਿਆ। ਤੇ ਜਦੋਂ ਦਿਨ ਚੜਿਆ ਤੇ ਫੌਜਾਂ ਵੀ ਚੜ ਕੇ ਆ ਗਈਆਂ। ਸਿੰਘ ਉਡੀਕ ਤੇ ਅੱਗੇ ਥਾਏ। ਤੇ ਗੁਰੂ ਕੇ ਸਿੰਘ ਤੇ ਪਹਿਲਾਂ ਹੀ ਅੱਧੀ ਰਾਤ ਤੋਂ ਅੰਮ੍ਰਿਤ ਵੇਲੇ ਤੋਂ ਹੀ ਉਡੀਕ ਕਰ ਰਹੇ ਸੀ। ਕਈ ਸਿੰਘ ਚੜ ਆਗੇ ਲੜੇ। ਜਦੋਂ ਗਿਲਜਿਆਂ ਦੀ ਫੌਜ ਆਈ ਤੇ ਕੁਝ ਗੁਰੂ ਕੇ ਸਿੰਘ ਫਿਰ ਹੋ ਗਏ ਸਵਾਰ ਘੋੜਿਆਂ ਤੇ, ਅਕਾਲ ਅਕਾਲ ਗੁਰਬਰ ਅਕਾਲ ਦੇ ਜਕਾਰੇ ਗਜਾਉਂਦੇ, ਗਿਲਜਿਆਂ ਨੂੰ ਲਲਕਾਰਦੇ। ਖਾਲਸਾ ਜੀ ਮੂਹਰੇ ਹੋ ਕਰਕੇ ਗਿਲਜਿਆਂ ਦਾ ਮੁਕਾਬਲਾ ਕਰਦੇ। ਓਏ
ਜਾਦੇ ਕਈ ਅੱਗੇ ਖੜੇ। ਤੇ ਖਾਲਸਾ ਜੀ ਕੁਝ ਪੈਦਲ ਗੁਰੂ ਕੇ ਸਿੱਖ ਉਹ ਵੀ ਅੱਗੇ ਹੋ ਕੇ ਜੰਗ ਦੇ ਮੈਦਾਨ ਵਿੱਚ ਮੁਕਾਬਲੇ ਕਰਦੇ। ਜੈ ਜੈ ਅੜੇ ਤਹੀਂ ਤਹਿ ਮਰੇ। ਕਹਿੰਦੇ ਜਿੱਥੇ ਵੀ ਗੁਰੂ ਕਾ ਸਿੱਖ ਜਾ ਕੇ ਪਰਬਤ ਦੀ ਤਰ੍ਹਾਂ ਚਟਾਨ ਦੀ ਤਰ੍ਹਾਂ ਅਡੋਲ ਖੜ ਗਿਆ, ਉੱਥੋਂ ਫਿਰ ਭਾਵੇਂ ਜਿੰਨੀ ਮਰਜ਼ੀ ਵੱਡੀ ਗਿਣਤੀ ਵਿੱਚ ਸਿਪਾਹੀਆਂ ਨੇ ਹਿਲਾਉਣ ਦਾ ਯਤਨ ਕੀਤਾ, ਸਿੰਘ ਸ਼ਹੀਦੀ ਤੇ ਪਾ ਗਿਆ, ਪਰ ਖਾਲਸਾ ਜੀ ਵੈਰੀਆਂ ਤੋਂ ਇੱਕ ਵੀ ਕਦਮ ਗੁਰੂ ਕੇ ਸਿੰਘਾਂ ਦਾ ਹਿਲਾਇਆ ਨਾ ਗਿਆ, ਪੈਰ ਦਾ ਅੰਗੂਠਾ ਵੀ ਨਾ ਪੁੱਟਿਆ ਗਿਆ। ਇਹ ਹਰਮੰਦਰ ਸਾਹਿਬ ਦੇ ਵਿੱਚ ਇੰਨਾ ਕਿ ਜਜ਼ਬਾ ਸ਼ਹੀਦਾਂ ਦਾ ਅੱਜ ਵੀ ਵਰਤਦਾ ਹੈ। ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਇਸ ਤਰ੍ਹਾਂ ਅਡੋਲ ਚਿੱਤ ਹੋ ਕੇ ਗੁਰੂ ਕੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ। ਇਹੋ ਕਾਰਨ ਹੈ ਵੀ ਅੱਜ ਵੀ ਵੇਖਣ ਵਿੱਚ ਜਦੋਂ ਆਇਆ, ਜਦੋਂ 84 ਦੇ ਵਿੱਚ ਟੈਂਕ ਗਏ ਤੇ ਜਿੱਥੇ ਧੰਨ ਬਾਬਾ ਦੀਪ ਸਿੰਘ ਨੇ ਖੜ ਕੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਸੀਸ ਭੇਟਾ ਕੀਤਾ, ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੋਂ ਟੈਂਕ 1 ਇੰਚ ਵੀ ਅੱਗੇ ਨਹੀਂ ਸੀ ਵਧਿਆ, ਕਿਉਂਕਿ ਸ਼ਹੀਦ ਉੱਥੇ ਅੱਜ ਵੀ ਅਡੋਲ ਚਿੱਤ ਖੜੇ ਆ। ਤੇ ਜਿੱਥੇ ਸ਼ਹੀਦ ਫੌਜਾਂ ਆ ਕੇ ਖੜ ਜਾਣ, ਉੱਥੇ ਦੁਨੀਆ ਦੀ ਤਾਕਤਾਂ ਖਤਮ ਹੋ ਜਾਂਦੀਆਂ। ਕਿ ਬਹੁਤਨ ਸਿਉ ਥੋੜੇ ਕਰੇ। ਖਾਲਸਾ ਜੀ ਬਹੁਤਿਆਂ ਦੇ ਨਾਲ ਮੁੱਠੀ ਭਰ ਗੁਰੂ ਕੇ ਸਿੰਘ ਪੂਰਾ ਮੁਕਾਬਲਾ ਕਰਦੇ। ਭਏ ਸ਼ਹੀਦ ਸੁਬਰੇ ਬਰੰਗਨ। ਸੋ ਇਸ ਤਰ੍ਹਾਂ ਕਹਿੰਦੇ ਗੁਰੂ ਕੇ ਸਿੰਘ ਸ਼ਹੀਦੀਆਂ ਪਾਉਂਦੇ, ਜੀਵਤ ਰਹੇ ਸੋ ਦੌੜੇ ਜੰਗਲ। ਤੇ ਜਿਹੜੇ ਜੀਵਤ ਨੇ ਉਹ ਜਾ ਕੇ ਫਿਰ ਦੁਸ਼ਮਣ ਦਾ ਮੁਕਾਬਲਾ ਕਰਦੇ। ਬਗਲ ਚਪੇਰਿਓਂ ਗਿਲਜਨ ਲਏ। ਹੁਣ ਗਿਲਜਿਆਂ ਨੇ ਰਣਨੀਤੀ ਬਣਾਈ ਵੀ ਸਾਹਮਣਿਓ ਨਹੀਂ, ਇਹਨਾਂ ਨੂੰ ਚਾਰੇ ਪਾਸਿਓਂ ਘੇਰ ਕੇ ਇਹਨਾਂ ਤੇ ਹਮਲਾ ਕਰ ਦਿਓ। ਬੇਜਨ ਬੇਜਨ ਕਹਿ ਸਭ ਹੀ ਧਏ। ਬੇਜ਼ਨ ਬੇਜ਼ਨ ਇਹ ਉਹਨਾਂ ਦੀ ਭਾਸ਼ਾ ਫਾਰਸੀ ਦੇ ਵਿੱਚ ਉਹ ਕਹਿੰਦੇ ਵੀ ਹੱਲਾ ਕਰ ਦਿਓ, ਹੱਲਾ ਕਰ ਦਿਓ। ਇਸ ਤਰ੍ਹਾਂ ਬੇਜ਼ਨ ਬੇਜ਼ਨ ਕਹਿ ਕੇ ਗਿਲਜਿਆਂ ਨੇ ਹੱਲਾ ਬੋਲ ਦਿੱਤਾ। ਨਿਹੰਗ ਸਿੰਘ ਤਬ ਕਿਹੋ ਪੁਕਾਰ। ਜਦੋਂ ਗਿਲਜਿਆਂ ਨੇ ਇਸ ਤਰ੍ਹਾਂ ਚਾਰੇ ਪਾਸਿਓਂ ਘੇਰਾ ਪਾਇਆ, ਅਕਾਲ ਬੁੰਗੇ ਤੇ ਬੈਠੇ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਨੇ ਉੱਚੀ ਆਵਾਜ਼ ਦੇ ਵਿੱਚ ਪੁਕਾਰ ਕੀਤੀ। ਓ ਸ਼ਹੀਦ ਪਰ ਅੱਗੇ ਧਾਰ। ਬਾਬਾ ਜੀ ਨੇ ਕਿਹਾ ਖਾਲਸਾ ਜੀ ਸਮਾਂ ਆ ਗਿਆ, ਹੁਣ ਅੱਗੇ ਹੋ ਕੇ ਸ਼ਹੀਦੀਆਂ ਪਾਈਏ। ਦੋਰਾ ਪਰ ਆਗੇ ਪਗ ਆਗੇ ਪਤ ਉਬਰੇ, ਪਗ ਪਾਛੇ ਪਤ ਜਾਏ। ਜਿਹੜਾ ਅੱਗੇ ਹੋ ਕੇ ਸਿਰ ਧੜ ਦੀ ਬਾਜੀ ਲਾਵੇਗਾ ਦੁਨੀਆ ਦੇ ਤਖਤੇ ਤੇ ਪੱਤ ਰਹਿ ਜਾਵੇਗੀ, ਪਰ ਜਿਹੜਾ ਅੱਜ ਦੁਸ਼ਮਣ ਨੂੰ ਵੇਖ ਕੇ ਡਰ ਕੇ ਪਿਛਾਂ ਹੋ ਗਿਆ, ਦੁਨੀਆ ਦੇ ਵਿੱਚ ਉਹਦੀ ਪੱਤ ਨਹੀਂ ਰਹਿਣੀ। ਬੈਰੀ ਖੰਡੇ ਸਿਰ ਧਰੇ ਫਿਰ ਕਿਆ ਤਰਕ ਸਹਾਏ। ਹੁਣ ਜਦੋਂ ਵੈਰੀ ਚੜ ਕੇ ਆ ਗਿਆ ਹੋਵੇ ਫਿਰ ਕੋਈ ਸਹਾਇਤਾ ਨਹੀਂ ਲੋਚੀ ਦੀ। ਖਾਲਸਾ ਜੀ ਆਪਣੇ ਖੰਡੇ ਮਿਆਨ ਦੇ ਵਿੱਚੋਂ ਧੂ ਕਰਕੇ ਆ ਚੜ ਕੇ ਆਏ ਹੋਏ ਵੈਰੀ ਨੂੰ ਚੰਗਾ ਸੋਧਾ ਲਾ ਦਿਓ। ਚੌਪਈ ਸੁਣਤ ਸਿੰਘ ਕੁਦ ਪਏ ਚੁਫੇ ਹੋ। ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਨੇ ਬਚਨ ਕੀਤਾ, ਕਹਿੰਦੇ ਗੁਰੂ ਕੇ ਸਿੰਘ ਬੱਬਰ ਸ਼ੇਰਾਂ ਦੀ ਤਰ੍ਹਾਂ ਛਾਲਾ ਮਾਰ ਕਰਕੇ ਵੈਰੀ ਦੇ ਉੱਤੇ ਝਪਟ ਗਏ। ਮਰੇ ਸਿੰਘ ਜਿਮ ਮਿਰਗਨ ਘੇਰੇ। ਕਹਿੰਦੇ ਗਿਲਜਿਆਂ ਦੀ ਫੌਜ ਨੂੰ ਗੁਰੂ ਕੇ ਸਿੰਘਾਂ ਨੇ ਇਸ ਤਰ੍ਹਾਂ ਘੇਰਾ ਪਾਇਆ ਜਿਵੇਂ ਹੀਰਨਾਂ ਨੂੰ ਵੇਖ ਕਰਕੇ ਬੱਬਰ ਸ਼ੇਰ ਜਾ ਕਰਕੇ ਛਾਲਾ ਮਾਰਦੇ। ਕਹਿੰਦੇ ਇਸ ਤਰ੍ਹਾਂ ਬੱਬਰ ਸ਼ੇਰਾਂ ਦੀ ਤਰ੍ਹਾਂ ਜਾ ਕਰਕੇ ਗਿਲਜਿਆਂ ਨੂੰ ਘੇਰਾ ਪਾ ਲਿਆ। ਸਿੰਘਨ ਇੱਛਾ ਮਰਨੇ ਕਰੀ। ਕਿਉਂਕਿ ਗੁਰੂ ਕੇ ਸਿੰਘਾਂ ਦੇ ਮਨ ਵਿੱਚ ਤਾਂ ਪਹਿਲਾਂ ਹੀ ਸ਼ਹੀਦੀਆਂ ਪਾਉਣ ਦੀ ਇੱਛਾ ਹੈ। ਜੀਵਨ ਆਸ ਦੂਰ ਕਰ ਧਰੀ। ਗੁਰੂ ਕੇ ਸਿੰਘਾਂ ਨੇ ਤੇ ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ। ਉਹਨਾਂ ਤੇ ਜੀਵਨ ਦੀ ਆਸ ਪਹਿਲਾਂ ਹੀ ਛੱਡੀ ਹੋਈ ਸੀ। ਨਿਹੰਗ ਕਹੇ ਪਗ ਆਗੇ ਧਾਰੋ। ਤੇ ਇਧਰੋਂ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਨੇ ਵੀ ਹੁਣ ਆਪਣੇ ਕਦਮ ਜੰਗ ਦੇ ਮੈਦਾਨ ਵਿੱਚ ਅੱਗੇ ਵਧਾਏ। ਹੋਵੋ ਸ਼ਹੀਦ ਤਰ ਭਵ ਜਲ ਪਾਰੋ। ਤੇ ਕਿਹਾ ਸਿੰਘੋ ਆਓ ਸ਼ਹੀਦੀਆਂ ਪਾਈਏ ਤੇ ਭਵ ਸਾਗਰ ਪਾਰ ਕਰੀਏ। ਜਿਸ ਕੋ ਇੱਛਾ ਸਵਰਗੈ ਹੋਏ। ਤੇ ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਵੀ ਜੇ ਕਿਸੇ ਨੂੰ ਸਵਰਗਾਂ ਦੀ ਇੱਛਾ ਹੈ, ਸਾਥ ਅਪਚਰਾ ਜਾਇਓ ਨਾ ਸੋਏ। ਜਿਹੜਾ ਕੋਈ ਸਵਰਗਾਂ ਦੇ ਸੁੱਖ ਮਾਨਣਾ ਚਾਹੁੰਦਾ ਹੈ, ਜਿਮ ਜਿਮ ਖਾਲਸੇ ਕਰਨੋ ਰਾਜ। ਜਿਹੜਾ ਕੋਈ ਰਾਜ ਭਾਗ ਕਰਨਾ ਚਾਹੁੰਦਾ ਹੈ, ਅਰੇ ਹੋ ਬਿਰੰਗਨ ਸੋ ਸੋ ਭਾਜ। ਤਾਂ ਉਹ ਹੁਣੇ ਹੀ ਜੰਗ ਦਾ ਮੈਦਾਨ ਛੱਡ ਕੇ ਭੱਜ ਜਾਵੇ। ਇਹੋ ਜਿਹਾ ਜਜ਼ਬਾ ਨਹੀਂ ਮਿਲਣਾ। ਵੇਖਣ ਵਿੱਚ ਆਉਂਦਾ ਸੀ ਜਦੋਂ ਕਿਸੇ ਨੂੰ ਜੰਗ ਦੇ ਮੈਦਾਨ ਵਿੱਚ ਮਾਰਨਾ ਹੋਵੇ, ਉਹਨੂੰ ਲਾਲਚ ਦਿੱਤਾ ਜਾਂਦਾ ਹੈ ਵੀ ਤੂੰ ਜੰਗ ਦੇ ਮੈਦਾਨ ਵਿੱਚ ਜਾ ਕੇ ਜਦੋਂ ਸ਼ਹੀਦ ਹੋਵੇਂਗਾ ਤੈਨੂੰ ਸਵਰਗ ਮਿਲੇਗਾ।
ਤੈਨੂੰ ਹੂਰਾਂ ਮਿਲਣਗੀਆਂ, ਤੈਨੂੰ ਦੁਨੀਆ ਦਾ ਰਾਜ ਭਾਗ ਮਿਲੇਗਾ। ਇਹ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਸਿੱਖ ਐਸੇ ਸ਼ਹੀਦ ਹੋਏ ਜਿਨ੍ਹਾਂ ਨੇ ਸ਼ਹੀਦੀ ਪਾਉਣ ਵੇਲੇ ਨਾ ਸਵਰਗਾਂ ਦਾ ਸੁੱਖ ਮੰਗਿਆ, ਨਾ ਦੁਨੀਆ ਦੇ ਰਾਜ ਮੰਗੇ, ਕੇਵਲ ਤੇ ਕੇਵਲ ਗੁਰੂ ਰਾਮਦਾਸ ਦੇ ਚਰਨਾਂ ਦੀ ਮੌਜ ਮੰਗੀ ਤੇ ਖਾਲਸਾ ਜੀ ਸਰਬੱਤ ਦਾ ਭਲਾ ਮੰਗਿਆ। ਬਾਬਾ ਗੁਰਬਖਸ਼ ਸਿੰਘ ਕਹਿੰਦੇ ਸਵਰਗਾਂ ਦਾ ਰਾਜ ਵਾਸਤੇ ਨਾ ਲੜਿਓ, ਹੂਰਾਂ ਵਾਸਤੇ ਨਾ ਲੜਿਓ, ਦੁਨੀਆ ਦੇ ਰਾਜ ਭਾਗ ਵਾਸਤੇ ਨਾ ਲੜਿਓ। ਜੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਣਾ ਫਿਰ ਇੱਕ ਗੱਲ ਮਨ ਵਿੱਚ ਧਾਰ ਲਿਓ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਜਿਨੇ ਅੱਜ ਸ਼ਹੀਦ ਹੋਣਾ ਗੁਰੂ ਦੇ ਚਰਨਾਂ ਵਾਸਤੇ, ਗੁਰੂ ਦੇ ਪਿਆਰ ਵਾਸਤੇ ਹੋਵੇ। ਆਏ ਖਾਲਸੇ ਗ੍ਰਹਿ ਜਨਮ ਸੁਧਾਰਿਓ, ਤੇ ਖਾਲਸੇ ਦੇ ਘਰ ਵਿੱਚ ਜਨਮ ਲੈ ਕਰਕੇ ਆਪਣਾ ਜਨਮ ਸਵਾਰੇ। ਕਰਿਓ ਪਾਤਸ਼ਾਹੀ ਤੁਰਕਨ ਮਾਰਿਓ, ਇਸ ਤਰ੍ਹਾਂ ਹੀ ਪਾਤਸ਼ਾਹੀ ਦਾਵਾ ਬਰਕਰਾਰ ਰਹੇਗਾ। ਤਬ ਖਾਲਸੇ ਨੇ ਬਚਨ ਉਚਾਰਾ, ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਨੇ ਬਚਨ ਕੀਤਾ ਤੇ ਖਾਲਸਾ ਜੀ ਅੱਗੋਂ ਖਾਲਸਿਆਂ ਨੇ ਵੀ ਆਪਣੇ ਜਥੇਦਾਰ ਆਪਣੇ ਜਰਨੈਲ ਨੂੰ ਇੱਕ ਜਵਾਬ ਦਿੱਤਾ। ਹਮ ਹੈ ਜੰਜ ਤੋਏ ਤੁਮਹਾਰ ਲਾੜਾ, ਕਹਿੰਦੇ ਬਾਬਾ ਜੀ ਜਥੇਦਾਰ ਜੀ ਅਸੀਂ ਤਾਂ ਬਰਾਤੀਆਂ, ਲਾੜੇ ਤਾਂ ਤੁਸੀਂ ਹੋ। ਤੂੰ ਜਾਹੇ ਸਵਰਗ ਹਮ ਪੀ ਜਾਹੇ, ਜੇ ਤੁਸੀਂ ਸੱਚਖੰਡ ਨੂੰ ਗਏ ਫਿਰ ਤਾਂ ਅਸੀਂ ਵੀ ਜਾਵਾਂਗੇ। ਤੂੰ ਕਰੇ ਪਾਤਸ਼ਾਹੀ ਸੰਗ ਅਸੀਂ ਕਰਾ ਹੈ, ਤੇ ਜੇ ਤੁਸੀਂ ਪਾਤਸ਼ਾਹੀਆਂ ਕੀਤੀਆਂ ਤੇ ਅਸੀਂ ਵੀ ਆਪਣੇ ਆਪ ਹੀ ਪਾਤਸ਼ਾਹੀਆਂ ਕਰ ਲਵਾਂਗੇ। ਦੋਹਰਾਈਏ ਹਮ ਇੱਛਾ ਸੁਰਗੇ ਨਹੀਂ, ਹਮ ਇੱਛਾ ਖਾਲਸਾ ਸੰਗ। ਪਰ ਜਥੇਦਾਰ ਜੀ ਅਸੀਂ ਗੁਰੂ ਰਾਮਦਾਸ ਦੇ ਘਰ ਵਾਸਤੇ ਸਰੀਰ ਲੇਖੇ ਵਿੱਚ ਲਾਉਣ ਆਏ ਆ, ਪਰ ਸਾਡੇ ਮਨ ਵਿੱਚ ਨਾ ਸਵਰਗਾਂ ਦੀ ਇੱਛਾ ਹੈ ਤੇ ਨਾ ਹੀ ਦੁਨੀਆ ਦੇ ਰਾਜ ਭਾਗ ਦੀ ਇੱਛਾ ਹੈ। ਸਾਨੂੰ ਤੇ ਕੇਵਲ ਗੁਰੂ ਰਾਮਦਾਸ ਦੇ ਚਰਨਾਂ ਦੀ ਧੂੜੀ ਚਾਹੀਦੀ ਹੈ ਤੇ ਖਾਲਸੇ ਦੀਆਂ ਖੁਸ਼ੀਆਂ ਚਾਹੀਦੀਆਂ। ਲੜਨੋਂ ਮਰਨੋਂ ਨਾ ਡਰੇ, ਚਾਹੇ ਤੁਰਕਨ ਕੋ ਜੋ ਜੰਗ। ਅਸੀਂ ਲੜਨ ਮਰਨ ਤੋਂ ਡਰਦੇ ਨਹੀਂ, ਆ ਗਿਲਜਿਆਂ ਦੇ ਨਾਲ ਪੂਰਾ ਜੰਗ ਮਚਾਵਾਂਗੇ। ਜੋ ਪਈ ਤਬ ਨਿਹੰਗ ਸਿੰਘ ਬਚਨ ਉਚਾਰਾ, ਫਿਰ ਬਾਬਾ ਗੁਰਬਖਸ਼ ਸਿੰਘ ਜੀ ਨੇ ਬਚਨ ਕੀਤਾ। ਯਹੀ ਪਰਣ ਹੈ ਨਿਜ ਮਨ ਧਾਰਾ, ਬਾਬਾ ਜੀ ਨੇ ਕਿਹਾ ਇਹੋ ਪ੍ਰਣ ਅਸੀਂ ਆਪਣੇ ਮਨ ਵਿੱਚ ਧਾਰਿਆ ਹੈ ਇੱਕ ਵਾਰ ਸਤਿਗੁਰ ਪਹੁੰਚ ਦਰਬਾਰ, ਕਿ ਇੱਕ ਵਾਰ ਇੱਥੇ ਪਹੁੰਚ ਜਾਣ ਤੇ ਇੱਥੇ ਪਹੁੰਚ ਕੇ ਸ਼ਹੀਦੀਆਂ ਪਾਈਏ। ਦੇਈਏ ਆਵਨ ਗਿਲਜਨ ਟਾਰ, ਤੇ ਜਿਹੜੇ ਗਿਲਜੇ ਚੜ ਕੇ ਆ ਰਹੇ ਨੇ ਉਹਨਾਂ ਦੇ ਚੰਗੀ ਤਰ੍ਹਾਂ ਸੋਧਾ ਲਾ ਕਰਕੇ ਜੰਗ ਦੇ ਮੈਦਾਨ ਵਿੱਚ ਹਾਰ ਦੀ ਧੂੜ ਚਟਾਈਏ। ਆਏ ਖਾਲਸੇ ਘਰ ਲਏ ਉਤਾਰ, ਸੋ ਖਾਲਸਾ ਜੀ ਇਸ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ ਗੁਰੂ ਕੇ ਸਿੰਘ ਤਿਆਰ ਹੋ ਗਏ। ਜਨਮ ਪਉ ਸਿੰਘ ਬਾਰੇ ਬਾਰ, ਤੇ ਸਿੰਘਾਂ ਨੇ ਅਰਦਾਸ ਕੀਤੀ ਕਿ ਕਲਗੀਆਂ ਵਾਲੇ ਪਾਤਸ਼ਾਹ ਅੱਜ ਸਿੱਖੀ ਨਿਭਾਉਣ ਦਾ ਬਲ ਬਖਸ਼ੀ, ਸ਼ਹੀਦ ਹੋ ਜਾਈਏ ਪਰ ਕਿਰਪਾ ਕਰੀ ਅਗਲੇ ਜਨਮ ਵਿੱਚ ਵੀ ਸਿੱਖਾਂ ਦੇ ਘਰ ਹੀ ਜਨਮ ਦਵੀਂ। ਫਿਰ ਸਿੰਘ ਜੀ ਜੋ ਬਾਣੀ ਕਹੀ, ਤੇ ਉਸ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਜੀ ਨੇ ਆਪਣੀ ਰਸਨਾ ਤੋਂ ਇੱਕ ਬਾਣੀ ਦੀ ਪੰਕਤੀ ਉਚਾਰੀ। ਉਹ ਸ਼ਹੀਦ ਅਬ ਹੈ ਦੇਰ ਕਹੀ, ਕਿ ਸਿੰਘੋ ਹੁਣ ਸਮਾਂ ਹੈ, ਹੁਣ ਜੰਗ ਦੇ ਮੈਦਾਨ ਵਿੱਚ ਸਿਰ ਧੜ ਦੀ ਬਾਜੀ ਲਾ ਕਰਕੇ ਸ਼ਹੀਦੀ ਪਾਈਏ। ਤੋ ਲਗ ਗਿਲ ਜੋ ਔਰ ਆਏ ਪੜੇ, ਤੇ ਖਾਲਸਾ ਜੀ ਇੰਨੇ ਨੂੰ ਗਿਲਜਿਆਂ ਦੀ ਫੌਜ ਨੇ ਆ ਕੇ ਧਾਵਾ ਬੋਲ ਦਿੱਤਾ। ਨਾਹੇ ਪੈਰ ਕਿਨ ਪਿੱਛੇ ਮੋਰਾ, ਪਰ ਬਾਬਾ ਗੁਰਬਖਸ਼ ਸਿੰਘ ਜੀ ਅਤੇ ਉਹਨਾਂ ਦੇ ਨਾਲ ਦੇ ਸਿੰਘਾਂ ਦੇ ਵਿੱਚੋਂ ਇੱਕ ਵੀ ਸਿੰਘ ਨੇ ਪੈਰ ਪਿਛਾ ਨੂੰ ਨਹੀਂ ਮੋੜਿਆ, ਸਿੰਘਨ ਪੈਰ ਸੋ ਅੱਗੇ ਤੋਰਾ, ਬਲਕਿ ਗੁਰੂ ਕੇ ਸਿੰਘਾਂ ਨੇ ਅਗਾਂਹ ਨੂੰ ਪੈਰ ਰੱਖ ਕੇ ਅਹਿਮਦ ਸ਼ਾਹ ਅਬਦਾਲੀ ਦੀ ਫੌਜਾਂ ਦਾ ਮੁਕਾਬਲਾ ਕੀਤਾ। ਕੌਣ ਸਿੰਘ ਦਿਓ ਲਲਕਾਰ, ਤੇ ਗੁਰੂ ਕੇ ਸਿੰਘਾਂ ਨੇ ਗਿਲਜਿਆਂ ਨੂੰ ਲਲਕਾਰ ਮਾਰੀ। ਜਾਏ ਨਹੀਂ ਅਬ ਅਗਿਓ ਯਾਰ, ਬਾਬਾ ਗੁਰਬਖਸ਼ ਸਿੰਘ ਜੀ ਕਹਿਣ ਲੱਗੇ ਗਿਲਜਿਆਂ ਦੀ ਫੌਜ ਨੂੰ ਕਿ ਭੱਜੋ ਨਾ। ਜਦੋਂ ਗੁਰੂ ਕੇ ਸਿੰਘਾਂ ਨੇ ਜਕਾਰੇ ਗਜਾਏ, ਸੋਧਾ ਲਾਉਣਾ ਸ਼ੁਰੂ ਕੀਤਾ, ਅਬਦਾਲੀ ਦੀ ਫੌਜਾਂ ਨੇ ਭੱਜਣਾ ਵੀ ਸ਼ੁਰੂ ਕਰ ਦਿੱਤਾ। ਤੇ ਬਾਬਾ ਗੁਰਬਖਸ਼ ਸਿੰਘ ਕਹਿੰਦੇ ਹੁਣ ਭੱਜੋ ਨਾ, ਜੰਗ ਦਾ ਮੈਦਾਨ ਛੱਡ ਕੇ ਭੱਜੋ ਨਾ, ਅਸੀਂ ਭੱਜਿਆਂ ਤੇ ਵਾਰ ਨਹੀਂ ਕਰਦੇ। ਇਹ ਸਾਡੇ ਪੂਰਵਜਾਂ ਦੇ ਅਸੂਲ ਕਿ ਭੱਜਿਆਂ ਤੇ ਵਾਰ ਨਹੀਂ ਕਰਦੇ, ਬੱਚਿਆਂ ਤੇ ਵਾਰ ਨਹੀਂ ਕਰਦੇ, ਬੀਬੀਆਂ ਤੇ ਵਾਰ ਨਹੀਂ ਕਰਦੇ, ਸ਼ਰਨ ਆਏ ਤੇ ਵਾਰ ਨਹੀਂ ਕਰਦੇ, ਨਿਹੱਥੇ ਤੇ ਵਾਰ ਨਹੀਂ ਕਰਦੇ। ਬਾਬਾ ਗੁਰਬਖਸ਼ ਸਿੰਘ ਕਹਿੰਦੇ ਭੱਜੋ ਨਾ, ਅਸੀਂ ਭੱਜਿਆਂ ਤੇ ਵਾਰ ਨਹੀਂ ਕਰਦੇ। ਦੀਨ ਮਜਬ ਕੋ ਜੁਦ ਖੜੇ ਕਰੋ, ਅਸੀਂ ਤਾਂ ਇੱਥੇ ਖੜ ਕੇ ਹੁਣ ਧਰਮ ਯੁੱਧ ਲੜਨਾ ਚਾਹੁੰਦੇ ਹਾਂ।
ਟਪ ਘੋੜਨ ਫੜ ਤੇ ਗਨ ਲੜੋ। ਤੇ ਖਾਲਸਾ ਜੀ ਬਾਬਾ ਜੀ ਨੇ ਸਿੰਘਾਂ ਨੂੰ ਕਿਹਾ ਵੀ ਘੋੜਿਆਂ ਤੇ ਸਵਾਰ ਹੋ ਕਰਕੇ ਇਨ੍ਹਾਂ ਗਿਲਜਿਆਂ ਨੂੰ ਘੇਰਾ ਪਾ ਲਓ। ਦੋਹਰਾ ਗਿਲ ਜਨ ਨੈ ਸਮਝੀ ਕਛੂ ਦਈ ਬੰਦੂਕ ਬਹੁ ਦਾਗ। ਪਰ ਗਿਲਜਿਆਂ ਨੇ ਵੀ ਦੁਬਾਰਾ ਰਣਨੀਤੀ ਬਣਾਈ, ਥੋੜਾ ਦੂਰੀ ਤੇ ਜਾ ਕੇ ਮੋਰਚਾ ਬੰਦੀ ਕਰਕੇ ਬੰਦੂਕ ਦੇ ਨਾਲ ਫਾਇਰ ਸ਼ੁਰੂ ਕਰ ਦਿੱਤੇ। ਬਹੁਤ ਸਿੰਘ ਤੈ ਗਿਰ ਪੜੇ ਹੁਤੇ ਜੋ ਸਿੰਘ ਜੀ ਲਾਗ। ਖਾਲਸਾ ਜੀ ਬਹੁਤ ਗਿਣਤੀ ਦੇ ਵਿੱਚ ਸਿੰਘ ਸ਼ਹੀਦ ਹੋਏ। ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ ਦੇ ਸਿੰਘ ਵੀ ਉੱਥੇ ਸ਼ਹੀਦ ਹੋ ਗਏ। ਚੌਪਈ ਤਾਬ ਸਿੰਘ ਜੀ ਨੇ ਖੜਗ ਉਠਾਇਆ। ਹੁਣ ਬਾਬਾ ਗੁਰਬਖਸ਼ ਸਿੰਘ ਜੀ ਨੇ ਖੁਦ ਜੰਗ ਦੇ ਮੈਦਾਨ ਵਿੱਚ ਖੜਗ ਉਠਾਈ ਆਗੇ ਹੋਏ ਗਿਲਜੇ ਤਨ ਲਾਇਆ। ਤੇ ਅੱਗੇ ਹੋ ਕਰਕੇ ਇੱਕ ਇੱਕ ਸਿਪਾਹੀ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਕਾਟ ਸੰਜੋਏ ਉਰੂ ਤੁਰਾਇਓ। ਉਹਨਾਂ ਲੋਹੇ ਦੀ ਸੰਜੋ ਪਹਿਨੀ ਸੀ। ਬਾਬਾ ਗੁਰਬਖਸ਼ ਸਿੰਘ ਨੇ ਇੰਨੀ ਤੇਜ਼ੀ ਦੇ ਨਾਲ ਖੰਡਾ ਚਲਾਇਆ, ਉਹਨਾਂ ਦੇ ਲੋਹੇ ਦੀ ਸੰਜੋ ਵੀ ਕੱਟੀ ਗਈ। ਇਮਹੀ ਔਰੇ ਤਨ ਪਰ ਝਾਰਿਓ। ਸੋ ਇਸ ਤਰ੍ਹਾਂ ਬਾਬਾ ਜੀ ਨੇ ਹੋਰ ਵੀ ਦੁਸ਼ਮਣਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਜੁਰੀਅਤ ਕਰ ਸਿੰਘ ਆਗੇ ਧਾਇਓ। ਜ਼ੁਰਤ ਵਿਖਾ ਕਰਕੇ ਬਾਬਾ ਗੁਰਬਖਸ਼ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਅਗਾਂਹ ਵੱਧਦੇ ਰਹੇ ਗਿਲਜਨ ਨੇ ਮੁਖ ਪਿੱਛੇ ਹਟਾਇਓ। ਤੇ ਗਿਲਜਿਆਂ ਦੀ ਫੌਜ ਪਿਛਾਂ ਨੂੰ ਭੱਜਣ ਲੱਗ ਪਈ। ਫਿਰ ਗਿਲਜਨ ਮੇਰੇ ਹੁਨਰ ਕੀਓ। ਤੇ ਉਸ ਤੋਂ ਬਾਅਦ ਜਦੋਂ ਪਿਛਾਂ ਨੂੰ ਗਏ ਗਿਲਜਿਆਂ ਨੂੰ ਫਿਰ ਲਾਹਣਤਾਂ ਪਈਆਂ ਅਬਦਾਲੀ ਵੱਲੋਂ ਤੇ ਗਿਲਜਿਆਂ ਨੇ ਦੁਬਾਰਾ ਫਿਰ ਇੱਕ ਰਣਨੀਤੀ ਬਣਾਈ। ਢਾਲਨ ਉਹਲੇ ਮੁਖ ਧਰ ਲਿਓ। ਆਪਣੇ ਮੂੰਹ ਢਾਲਾਂ ਦੇ ਸਹਾਰੇ ਰੱਖ ਲਏ, ਢਾਲ ਅਗਾਂਹ ਕਰਕੇ ਢਾਲਾਂ ਦੇ ਪਿੱਛੇ ਆਪਣੇ ਮੂੰਹ ਰੱਖ ਲਏ, ਕਿਉਂਕਿ ਜਦੋਂ ਢਾਲ ਅੱਗੇ ਕਰੋ ਤੇ ਖਾਲਸਾ ਜੀ ਤੀਰ ਤੇ ਗੋਲੀ ਦਾ ਵਾਰ ਨਹੀਂ ਚੱਲਦਾ। ਇਸ ਤਰ੍ਹਾਂ ਢਾਲ ਦਾ ਆਸਰਾ ਲੈ ਕਰਕੇ ਦੁਬਾਰਾ ਫਿਰ ਜੰਗ ਦੇ ਮੈਦਾਨ ਵਿੱਚ ਆ ਗਏ। ਸਿੰਘ ਢਾਲ ਹੱਥੋਂ ਦਈ ਡਾਲ। ਪਰ ਬਾਬਾ ਗੁਰਬਖਸ਼ ਸਿੰਘ ਜੀ ਧੰਨ ਗੁਰੂ ਕੇ ਸਿੱਖ ਤੇ ਧੰਨ ਉਹਨਾਂ ਦੀ ਸਿੱਖੀ, ਧੰਨ ਉਹਨਾਂ ਦੀ ਕਮਾਈ। ਗਿਲਜਿਆਂ ਨੇ ਢਾਲਾਂ ਪਕੜ ਲਈਆਂ ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਢਾਲ ਛੱਡ ਦਿੱਤੀ। ਕਹਿੰਦੇ ਅਸੀਂ ਹੁਣ ਢਾਲਾਂ ਦੇ ਸਹਾਰੇ ਨਹੀਂ ਲੜਾਂਗੇ। ਬਨੇ ਨਾ ਉਹਲੋ ਚਿਤ ਕੀਓ ਖਿਆਲ। ਬਾਬਾ ਜੀ ਕਹਿੰਦੇ ਮੈਂ ਢਾਲਾਂ ਤੋਂ ਬਿਨਾਂ ਲੜਾਂਗਾ, ਤੇ ਜੇ ਤੁਹਾਡੇ 'ਚ ਵੀ ਜ਼ੁਰਤ ਹੈ ਤੇ ਬਿਨਾਂ ਢਾਲ ਤੋਂ ਲੜ ਕੇ ਵਿਖਾਵੇ। ਆਵੇ ਸੋ ਗਿਲਜੋ ਤੇਗ ਉਬਾਰ। ਤੇ ਜਿਹੜਾ ਵੀ ਕੋਈ ਗਿਲਜਾ ਭਾਵੇਂ ਢਾਲ ਵੀ ਲੈ ਕੇ ਆਇਆ, ਬਾਬਾ ਜੀ ਨੇ ਨਾਲ ਦੀ ਨਾਲ ਆਪਣੀ ਸ਼ਮਸ਼ੀਰ ਦੇ ਨਾਲ ਦੋ ਹਿੱਸੇ ਕਰ ਦਿੱਤੇ। ਓਏ ਸਨਮੁਖ ਸਿਸ ਸਿਰ ਸਿੰਘ ਸੀਸ ਪੈ ਧਾਰੇ। ਖਾਲਸਾ ਜੀ ਸਾਹਮਣੇ ਹੋ ਕਰਕੇ ਬਾਬਾ ਗੁਰਬਖਸ਼ ਸਿੰਘ ਜੀ ਇਸ ਤਰ੍ਹਾਂ ਮੁਕਾਬਲਾ ਕਰਦੇ ਰਹੇ। ਆਂਖ ਨਾ ਚਮਕੇ ਸੀਸ ਨਾ ਮੋੜੈ। ਤੇ ਕਹਿੰਦੇ ਜਿੰਨੀ ਦੇਰ ਜੰਗ ਦੇ ਮੈਦਾਨ ਵਿੱਚ ਮੁਕਾਬਲਾ ਕੀਤਾ, ਬਾਬਾ ਗੁਰਬਖਸ਼ ਸਿੰਘ ਜੀ ਨੇ ਨਾ ਤਾਂ ਅੱਖ ਹੀ ਬੰਦ ਕੀਤੀ ਤੇ ਨਾ ਹੀ ਆਪਣਾ ਮੁਖ ਮੋੜਿਆ। ਤੱਕੇ ਨਾ ਪਿੱਛੇ ਅੱਗੇ ਕੋ ਦੌੜੇ। ਤੇ ਬਿਲਕੁਲ ਵੀ ਪਿਛਾਂ ਨੂੰ ਨਹੀਂ ਵੇਖਿਆ, ਬਿਲਕੁਲ ਅਗਾਂਹ ਨੂੰ ਵੱਧਦੇ ਰਹੇ। ਗਿਲਜੇ ਨੱਠ ਮੁੜੇ ਉਤ ਵੇਲੇ। ਤੇ ਬਾਬਾ ਗੁਰਬਖਸ਼ ਸਿੰਘ ਦੇ ਸਾਹਮਣੇ ਇੱਕ ਵੀ ਅਹਿਮਦ ਸ਼ਾਹ ਅਬਦਾਲੀ ਦਾ ਸਿਪਾਹੀ ਟਿਕ ਨਹੀਂ ਸਕਿਆ, ਸਾਰੀ ਫਿਰ ਲੁਕਣ ਲੱਗ ਪਏ। ਸਿੰਘ ਕੀ ਤੇਗ ਨਾ ਖੜ ਪੋ ਝੇਲੇ। ਕਿਉਂਕਿ ਬਾਬਾ ਗੁਰਬਖਸ਼ ਸਿੰਘ ਨੇ ਇੰਨੀ ਫੁਰਤੀ ਦੇ ਨਾਲ ਖੰਡਾ ਚਲਾਇਆ, ਕੋਈ ਵੀ ਬਾਬਾ ਗੁਰਬਖਸ਼ ਸਿੰਘ ਜੀ ਦੇ ਖੰਡੇ ਦੇ ਸਾਹਮਣੇ ਖੜ ਨਾ ਸਕਿਆ। ਦੋਰਾ ਗੋਲੀ ਛਾੜੇ ਦੂਰ ਖੜ ਉਹ ਧਰੀ ਤੀਰਨ ਕੀ ਮਾਰ। ਹੁਣ ਕਹਿੰਦੇ ਗਿਲਜਿਆਂ ਨੇ ਫਿਰ ਗੋਲੀਆਂ ਦਾ ਮੀਂਹ ਵਰ ਦਿੱਤਾ। ਸਿੰਘ ਗਏ ਚੀਰ ਸਰੀਰ ਕੋ ਪਰੇ ਨਾ ਜ਼ਖਮ ਸੁਮਾਰ। ਤੇ ਖਾਲਸਾ ਜੀ ਜਦੋਂ ਗੋਲੀਆਂ ਚੱਲੀਆਂ, ਤੀਰਾਂ ਦਾ ਮੀਂਹ ਪਿਆ, ਕਹਿੰਦੇ ਬਾਬਾ ਗੁਰਬਖਸ਼ ਸਿੰਘ ਜੀ ਦਾ ਸਾਰਾ ਹੀ ਸਰੀਰ ਚੀਰਿਆ ਗਿਆ। ਬਾਬਾ ਜੀ ਦੇ ਸਰੀਰ ਦੇ ਉੱਤੇ ਗੋਲੀਆਂ ਤੇ ਤੀਰਾਂ ਦੀਆਂ ਬੁਛਾਰਾਂ ਵੱਜ ਗਈਆਂ। ਚੌਪਈ ਕਈ ਮਾਸ ਕਈ ਹੱਡ ਗਈ ਚੀਰ। ਕਹਿੰਦੇ ਕੋਈ ਗੋਲੀ ਮਾਸ ਵਿੱਚ ਵੱਜੀ, ਮਾਸ ਨੂੰ ਛੂ ਕੇ ਬਾਹਰ ਲੰਘ ਗਈ, ਤੇ ਕੁਝ ਗੋਲੀਆਂ ਬਾਬਾ ਗੁਰਬਖਸ਼ ਸਿੰਘ ਜੀ ਦੀ ਸਿੱਧਾ ਹੱਡੀਆਂ ਦੇ ਵਿੱਚ ਜਾ ਕਰਕੇ ਵੱਜੀਆਂ। ਹਾਰਿਓ ਨਾ ਸਿੰਘ ਕਿਛ ਮੰਨੀ ਨਾ ਪੀਰ। ਕਿਸੇ ਦੇ ਹੱਥ ਵਿੱਚ ਕੰਡਾ ਚੁੱਭ ਜਾਵੇ, ਵਾਪਸ ਨੂੰ ਭੱਜਦਾ। ਬਾਬਾ ਗੁਰਬਖਸ਼ ਸਿੰਘ ਜੀ ਦੀ ਹੱਡੀਆਂ ਦੇ ਵਿੱਚ ਗੋਲੀਆਂ ਵੱਜੀਆਂ, ਪਰ ਕਹਿੰਦੇ ਬਾਬਾ ਜੀ ਦਾ ਹੌਸਲਾ ਨਾ ਟੁੱਟਿਆ, ਉਸੇ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਅਡੋਲ ਚਿੱਤ ਰਹੇ। ਸਿੰਘ ਸਰੀਰੋਂ ਜੋ ਰਤ ਪਰੈ। ਤੇ ਖਾਲਸਾ ਜੀ ਬਾਬਾ ਜੀ ਦੇ ਸਰੀਰ ਦੇ ਵਿੱਚੋਂ ਖੂਨ ਦੀ ਪਿਚਕਾਰੀਆਂ ਚੱਲਣ ਲੱਗ ਪਈਆਂ। ਜਿੰਬੋ ਕੋਲੂ ਪਨਾਰੇ ਪਰੈ। ਕਹਿੰਦੇ ਜਿਵੇਂ ਦਰਿਆ ਰੁੜਦੇ ਆਉਂਦੇ, ਇੰਨੀ ਤੇਜ਼ੀ ਦੇ ਨਾਲ ਬਾਬਾ ਜੀ ਦੇ ਸਰੀਰ ਦੇ ਵਿੱਚੋਂ ਖੂਨ ਰੁੜ ਰਿਹਾ ਸੀ। ਜਨ ਬੜ ਮਸ਼ਕ ਸੋ ਭਏ ਸਲਾਖ। ਜਿਸ ਤਰ੍ਹਾਂ ਖਾਲਸਾ ਜੀ ਭਾਈ ਕਨ੍ਹਈਆ ਜੀ ਨੇ ਪਾਣੀ ਦੀ ਮਸ਼ਕ ਪਕੜੀ ਸੀ ਨਾ, ਪਾਣੀ ਪਿਲਾਉਣ ਵਾਸਤੇ, ਤੇ ਕਹਿੰਦੇ ਜਦੋਂ ਪਾਣੀ ਦੀ ਮਸ਼ਕ ਥੋੜੀ ਜੀ ਮੁੱਧੀ ਕਰੋ ਤੇ ਪਾਣੀ ਦੀਆਂ ਧਾਰਾਂ ਚੱਲਦੀਆਂ,
ਕਹਿੰਦੇ ਇਸੇ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜੀ ਦੇ ਸਰੀਰ ਦੇ ਵਿੱਚੋਂ ਖੂਨ ਇੰਨੀ ਤੇਜ਼ੀ ਦੇ ਨਾਲ ਨਿਕਲ ਰਿਹਾ ਸੀ। ਛੁੱਟੇ ਪਹਾੜੋਂ ਚੋ ਵੱਲ ਝਾਕ, ਕਹਿੰਦੇ ਜਿਸ ਤਰ੍ਹਾਂ ਪਹਾੜਾਂ ਦੇ ਵਿੱਚੋਂ ਦਰਿਆ ਤੇਜ਼ੀ ਨਾਲ ਰੁੜਦੇ, ਇੰਨੀ ਤੇਜ਼ੀ ਦੇ ਨਾਲ ਬਾਬਾ ਜੀ ਦੇ ਸਰੀਰ ਦੇ ਵਿੱਚੋਂ ਖੂਨ ਡੁੱਲ ਰਿਹਾ ਸੀ। ਜਿਮ ਜਿਮ ਸੰਗ ਅੱਗੇ ਕੋ ਧਾਵੈ, ਪਰ ਬਾਬਾ ਜੀ ਪਿਛਾਂਹ ਨਹੀਂ ਹਟੇ, ਬਾਬਾ ਗੁਰਬਖਸ਼ ਸਿੰਘ ਅਗਾਂਹ ਵੱਧਦੇ ਰਹੇ। ਜਨ ਪਿਚਕਾਰਨ ਖੇਡ ਦਿਖਾਵੈ, ਜਿਵੇਂ ਹੋਲੀ ਦੇ ਦਿਨਾਂ ਦੇ ਵਿੱਚ ਲੋਕ ਪਿਚਕਾਰੀਆਂ ਗੁਲਾਲ ਦੀਆਂ ਭਰ ਕੇ ਫਿਰ ਇੱਕ ਦੂਸਰੇ ਦੇ ਉੱਤੇ ਸੱਟਦੇ ਨੇ, ਖੇਡਾਂ ਖੇਡਦੇ ਨੇ। ਰਕਤ ਨਿਕਸ ਸਿੰਘ ਬੇਬਲ ਭਇਓ, ਬਸ ਉਸੇ ਤਰ੍ਹਾਂ ਅੱਜ ਬਾਬਾ ਜੀ ਦੇ ਸਰੀਰ ਦੇ ਵਿੱਚੋਂ ਖੂਨ ਦੀਆਂ ਪਿਚਕਾਰੀਆਂ ਨਿਕਲ ਰਹੀਆਂ। ਸਰੀਰ ਚੱਲਣ ਤੇ ਸਿੰਘ ਥੱਕ ਰਹੇ ਹੋ, ਖੂਨ ਇੰਨਾ ਕਿ ਵਹਿ ਗਿਆ ਕਿ ਬਾਬਾ ਗੁਰਬਖਸ਼ ਸਿੰਘ ਜੀ ਦਾ ਸਰੀਰ ਚੱਲਣੋਂ ਵੀ ਥੱਕ ਗਿਆ। ਟੋਪੀ ਸਿੰਘ ਪੱਗ ਅੱਗੇ ਧਾਰੇ, ਪਰ ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਸਰੀਰ ਦਾ ਸਾਰਾ ਖੂਨ ਬਾਹਰ ਆ ਗਿਆ, ਪਰ ਬਾਬਾ ਜੀ ਪਿਛਾਂਹ ਨਹੀਂ ਮੁੜੇ ਤੇ ਨਾ ਹੀ ਉੱਥੇ ਖੜੇ ਰਹੇ, ਬਲਕਿ ਫਿਰ ਵੀ ਅਗਾਂਹ ਕਦਮ ਰੱਖ ਕੇ ਅਗਾਂਹ ਹੋ ਕੇ ਬੈਰੀ ਦਾ ਮੁਕਾਬਲਾ ਕਰਦੇ ਨੇ। ਲਾਜ ਲੱਗਣ ਤੇ ਪੈਰ ਸਵਾਰੇ, ਤੇ ਖਾਲਸਾ ਜੀ ਬਾਬਾ ਗੁਰਬਖਸ਼ ਸਿੰਘ ਜੀ ਇਹੀ ਅਰਦਾਸ ਕਰਦੇ ਕਿ ਸੱਚਿਆ ਪਾਤਸ਼ਾਹ ਆ ਬਿਰਦ ਬਾਣੇ ਦੀ ਲਾਜ ਰੱਖਿਓ, ਪੈਜ ਬਿਰਦ ਕੀ ਸਤਿਗੁਰ ਰਾਖੈ, ਕਿਉਂਕਿ ਪੈਜ ਰੱਖਦੇ ਨੇ ਤੇ ਕੇਵਲ ਸਤਿਗੁਰੂ ਹੀ ਬਿਰਦ ਦੀ ਪੈਜ ਰੱਖਦੇ ਨੇ। ਲਾਜ ਨ ਲਾਗੇ ਜੋ ਸਿੰਘ ਆਖੈ, ਇਸ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਕਹਿੰਦੇ ਵੀ ਕਲਗੀਆਂ ਵਾਲਿਆ ਤੇਰੇ ਸਿੱਖ ਦੇ ਕੀਤੇ ਹੋਏ ਪ੍ਰਣ ਨੂੰ ਕਿਤੇ ਲਾਜ ਨਾ ਲੱਗ ਜਾਵੇ, ਆ ਤੇਰੇ ਸਿੱਖ ਦਾ ਸਿਰ ਕਿਤੇ ਇਨ੍ਹਾਂ ਦੁਸ਼ਮਣਾਂ ਦੇ ਪੈਰਾਂ ਵਿੱਚ ਨਾ ਝੁਕ ਜਾਵੇ, ਹੋਏ ਸ਼ਹੀਦੀ ਮੇਰੀ ਪੂਰੀ, ਮੇਰੀ ਸ਼ਹੀਦੀ ਪੂਰੀ ਹੋ ਜਾਵੇ। ਬਾਰ-ਬਾਰ ਸਿੰਘ ਮੰਗੈ ਜ਼ਰੂਰੀ, ਇਸ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜੀ ਬਾਰ-ਬਾਰ ਸ਼ਹਾਦਤ ਦੀ ਦਾਤ ਲੋਚਦੇ। ਦੋਰਾ ਤੋ ਗਿਲ ਜੇ ਓਰੇ ਅਰੇ ਓਰੇ ਆਏ ਵੱਡੀ ਫੌਜ ਲੈ ਸਾਥ, ਜਦੋਂ ਬਾਬਾ ਜੀ ਇਸ ਤਰ੍ਹਾਂ ਮੁਕਾਬਲਾ ਕਰਦੇ ਰਹੇ, ਗੋਲੀਆਂ ਖਾਣ ਤੋਂ ਬਾਅਦ ਵੀ ਬਾਬਾ ਗੁਰਬਖਸ਼ ਸਿੰਘ ਦੇ ਖੰਡੇ ਸਾਹਮਣੇ ਕੋਈ ਖੜ ਨਾ ਸਕਿਆ, ਫਿਰ ਗਿਲਜੇ ਹੋਰ ਫੌਜ ਲੈ ਕਰਕੇ ਬਾਬਾ ਜੀ ਤੇ ਧਾਵਾ ਬੋਲਦੇ ਨੇ। ਸਿੰਘ ਪਰੋਏ ਸੋ ਲਿਓ ਬੜ ਨੇਜਨ ਕੇ ਸਾਥ, ਪਰ ਬਾਬਾ ਗੁਰਬਖਸ਼ ਸਿੰਘ ਜੀ ਨੇ ਆਪਣੇ ਹੱਥ ਵਿੱਚ ਨੇਜਾ ਪਕੜ ਕੇ ਇਸ ਤਰ੍ਹਾਂ ਘੁਮਾਇਆ ਕਿ ਇੱਕੋ ਵਾਰ ਦੇ ਨਾਲ ਕਈ 100 ਗਿਲਜਿਆਂ ਦੀ ਫੌਜ ਢਹਿ ਢੇਰੀ ਕਰ ਦਿੱਤੀ। ਜੋ ਪਈ ਤੋ ਫਿਰ ਸਿੰਘ ਜੀ ਪਰਾਕਰਮ ਕਰੇ, ਤੇ ਖਾਲਸਾ ਜੀ ਇਸ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜੀ ਨੇ ਉੱਥੇ ਚੰਗੀ ਤਰ੍ਹਾਂ ਵਾਰ ਕੀਤੇ। ਸਨਮੁਖ ਨੇਜੇ ਬਹੁ ਕੱਟ ਦਏ, ਤੇ ਸਨਮੁਖ ਜਿਹੜਾ ਵੀ ਬਾਬਾ ਜੀ ਦੇ ਆਇਆ, ਬਾਬਾ ਗੁਰਬਖਸ਼ ਸਿੰਘ ਜੀ ਨਾਲ ਦੀ ਨਾਲ ਹੀ ਸੋਧਾ ਲਾਈ ਗਏ। ਤੋ ਸਨਮੁਖ ਸਿੰਘ ਆਇਓ ਨਾ ਕੋਏ, ਇਸ ਕਰਕੇ ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਦੇ ਸਾਹਮਣੇ ਕੋਈ ਖੜ ਨਾ ਸਕਿਆ, ਗਿਲਜਿਆਂ ਨੇ ਰਣਨੀਤੀ ਬਣਾਈ ਤੇ ਕੋਈ ਵੀ ਬਾਬਾ ਗੁਰਬਖਸ਼ ਸਿੰਘ ਜੀ ਦੇ ਸਾਹਮਣੇ ਦੁਬਾਰਾ ਨਾ ਆਇਆ। ਸਿੰਘ ਤਕਾਉਣ ਨਾ ਪਿੱਛਾ ਤੋਏ, ਤੇ ਖਾਲਸਾ ਜੀ ਬਾਬਾ ਗੁਰਬਖਸ਼ ਸਿੰਘ ਜੀ ਵੀ ਪਿਛਾਂਹ ਨੂੰ ਨਹੀਂ ਵੇਖਿਆ, ਬਲਕਿ ਫਿਰ ਵੀ ਅਗਾਂਹ ਹੀ ਵੱਧਦੇ ਰਹੇ। ਦੋਹਰਾ ਸਿੰਘ ਜੋ ਪਿਛਲੀ ਤਰਫ ਘੋ ਫੇਰੇ ਨੈਣ ਸੁਨਾਹੇ, ਕਹਿੰਦੇ ਪਿੱਛੇ ਇਸ ਕਰਕੇ ਮੁਖ ਨਹੀਂ ਮੋੜਿਆ ਬਾਬਾ ਗੁਰਬਖਸ਼ ਸਿੰਘ ਜੀ ਨੇ, ਕਾਰਨ ਬਹੁਤ ਵੱਡਾ ਸੀ। ਮਤ ਕਤ ਆਗੇ ਜਗਤ ਕੋ ਸਿੰਘ ਮੁਖੋਂ ਮੁਖ ਫੇਰ ਫਿਰਾਹੇ, ਬਾਬਾ ਜੀ ਨੇ ਇਸ ਕਰਕੇ ਮੁਖ ਨਹੀਂ ਫੇਰਿਆ ਕਿ ਕਿਤੇ ਕੋਈ ਇਹ ਨਾ ਆਖੇ ਕਿ ਜੰਗ ਦੇ ਮੈਦਾਨ ਵਿੱਚ ਗੁਰੂ ਕਾ ਸਿੰਘ ਮੁਖ ਫੇਰ ਗਿਆ, ਕਿਤੇ ਸਿੰਘ ਦੇ ਬਾਣੇ ਨੂੰ ਲਾਜ ਨਾ ਲੱਗ ਜਾਵੇ। ਚੌਪਈ ਨੇਜਨ ਸਿੰਘ ਸਿਓ ਸਿੰਘ ਪਿੱਛੇ ਵਜਾ ਦਬਾਇਓ, ਖਾਲਸਾ ਜੀ ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਸਾਹਮਣੇ ਹੋ ਕੇ ਅਗਾਂਹ ਹੀ ਵੱਧਦੇ ਰਹੇ ਤੇ ਗਿਲਜੇ ਬਾਬਾ ਜੀ ਦੇ ਸਾਹਮਣੇ ਖੜ ਨਾ ਸਕੇ, ਗਿਲਜਿਆਂ ਨੇ ਰਣਨੀਤੀ ਬਣਾ ਕੇ ਬਾਬਾ ਗੁਰਬਖਸ਼ ਸਿੰਘ ਜੀ ਦੀ ਪਿੱਠ ਦੇ ਉੱਤੇ ਆਪਣੇ ਨੇਜਿਆਂ ਦੇ ਨਾਲ ਵਾਰ ਕਰ ਦਿੱਤਾ। ਬਹੁਤ ਜ਼ੋਰ ਸਿਓ ਸਿੰਘ ਝੁਕਾਇਓ, ਤੇ ਇੰਨੀ ਜ਼ੋਰ ਦੀ ਨਾਲ ਲਗਾਤਾਰ ਉਹਨਾਂ ਨੇ ਨੇਜੇ ਮਾਰਨੇ ਸ਼ੁਰੂ ਕਰ ਦਿੱਤੇ ਖਾਲਸਾ ਜੀ ਕਿ ਬਾਬਾ ਗੁਰਬਖਸ਼ ਸਿੰਘ ਜੀ ਦਾ ਸਰੀਰ ਇੱਕ ਵਾਰ ਹੇਠਾਂ ਝੁਕ ਗਿਆ। ਸਿੰਘ ਸੋ ਗਿਰਿਓ ਗੋਡਨ ਕੈ ਭਾਰ, ਪਰ ਜਦੋਂ ਬਾਬਾ ਜੀ ਦਾ ਸਰੀਰ ਥੱਲੇ ਨੂੰ ਗਿਰਨ ਲੱਗਾ ਤੇ ਇੱਕੋ ਵਾਰ ਸੁਰਤ ਦੇ ਵਿੱਚ ਬਚਨ ਦੁਬਾਰਾ ਆ ਗਿਆ ਕਿ ਦੁਸ਼ਮਣਾਂ ਦੇ ਪੈਰਾਂ ਵਿੱਚ ਸਿਰ ਨਾ ਝੁਕ ਜਾਵੇ। ਬਾਬਾ ਗੁਰਬਖਸ਼ ਸਿੰਘ ਜੀ ਨੇ ਆਪਣਾ ਸਰੀਰ ਧਰਤੀ ਤੇ ਡਿੱਗਣ ਤੋਂ ਬਚਾਇਆ, ਆਪਣੀ ਸਰੀਰ ਦੇ ਤਨ ਨੂੰ ਇਸ ਤਰ੍ਹਾਂ ਰੋਕਿਆ, ਕਹਿੰਦੇ ਗੋਡਿਆਂ ਭਾਰ ਹੋ ਕਰਕੇ ਆਪਣੇ ਖੰਡੇ ਦਾ ਸਹਾਰਾ ਲੈ ਲਿਆ।
ਗੋਡਿਆਂ ਭਾਰ ਬੈਠ ਕਰਕੇ ਖੰਡੇ ਦਾ ਸਹਾਰਾ ਲੈ ਲਿਆ, ਪਰ ਬਾਬਾ ਗੁਰਬਖਸ਼ ਸਿੰਘ ਜੀ ਨੇ ਆਪਣਾ ਸਿਰ ਦੁਸ਼ਮਣ ਦੇ ਕਦਮਾਂ ਦੇ ਵਿੱਚ ਝੁਕਣ ਤੋਂ ਬਚਾ ਲਿਆ। ਕਉ ਨਾ ਛੋਡੀ ਸਿੰਘ ਤਲਵਾਰ। ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਉਦੋਂ ਵੀ ਖਾਲਸਾ ਜੀ ਤਲਵਾਰ ਨਹੀਂ ਛੱਡੀ। ਤੇ ਕਹਿੰਦੇ ਨੇ 25 ਤੋਂ ਵੱਧ ਨੇਜੇ ਬਾਬਾ ਗੁਰਬਖਸ਼ ਸਿੰਘ ਜੀ ਦੀ ਪਿੱਠ ਤੇ ਮਾਰੇ ਗਏ ਸੀ। 25 ਤੋਂ ਵੱਧ ਨੇਜੇ। ਖਾਲਸਾ ਜੀ ਇੱਕ ਨੇਜਾ ਵੱਜੇ ਤੇ ਬਹੁਤ ਵੱਡਾ ਮੋਹਰਾ ਹੋ ਜਾਂਦਾ ਹੈ 3-4 ਇੰਚ ਦਾ। ਬਾਬਾ ਗੁਰਬਖਸ਼ ਸਿੰਘ ਜੀ ਦੇ ਪਿੱਠ ਦੇ ਉੱਤੇ 25 ਤੋਂ ਵੀ ਵੱਧ ਨੇਜੇ ਮਾਰ ਕੇ ਇੰਨਾ ਕਿ ਜ਼ਖਮੀ ਕਰ ਦਿੱਤਾ ਕਿ ਕੋਈ ਵੀ ਵਿਅਕਤੀ ਡੋਲ ਜਾਵੇ। ਪਰ ਧੰਨ ਗੁਰੂ ਕੇ ਸਿੰਘ, ਧੰਨ ਉਹਨਾਂ ਦੀ ਕਮਾਈ। ਬਾਬਾ ਗੁਰਬਖਸ਼ ਸਿੰਘ ਜੀ ਉਦੋਂ ਵੀ ਨਹੀਂ ਡੋਲੇ। ਵੀਰ ਰਸ ਦੇ ਵਿੱਚ ਬੈਠ ਕਰਕੇ, ਗੋਡਿਆਂ ਭਰ ਬੈਠ ਕਰਕੇ ਆਪਣੇ ਖੰਡੇ ਦਾ ਸਹਾਰਾ ਲੈ ਲਿਆ। ਕੁੰਡਲਿਆ ਚੰਦ ਤਲਵਾਰ ਨਾ ਛੋਡੀ ਸਿੰਘ ਯਮ ਯਾ ਚਿਤ ਸੋਚ ਵਿਚਾਰ। ਤੇ ਕਹਿੰਦੇ ਬਾਬਾ ਗੁਰਬਖਸ਼ ਸਿੰਘ ਜੀ ਨੇ ਹੱਥੋਂ ਖੰਡਾ ਇਸ ਕਰਕੇ ਨਾ ਛੱਡਿਆ, ਮਨ ਵਿੱਚ ਸੋਚਣ ਲੱਗੇ ਬਿਨ ਹਥਿਆਰ ਨ ਹੱਥ ਲਖੇ ਮਤ ਕਹੇ ਨਾ ਸੀਸੈ ਵਾਰ। ਕਿ ਜੇ ਮੈਂ ਖੰਡਾ ਛੱਡ ਦਿੱਤਾ ਤੇ ਹੋਵੇ ਨਾ ਕਿਤੇ ਕਿ ਇਹ ਸਮਝਣ ਮਰ ਗਿਆ ਹੈ, ਨਿਹੱਥਾ ਹੈ, ਤੇ ਇਹਦੇ ਤੇ ਹੋਰ ਵਾਰ ਨਾ ਕਰੀਏ। ਮਤ ਕਰੇ ਨਾ ਸੀਸੈ ਵਾਰ ਸਿੱਖਿਓ ਮੈਂ ਰਹਿ ਜਾਉਂ। ਤੇ ਜੇ ਇਹਨਾਂ ਨੇ ਮੇਰੇ ਤੇ ਵਾਰ ਨਾ ਕੀਤਾ ਤੇ ਮੈਂ ਸ਼ਹੀਦੀ ਤੋਂ ਰਹਿ ਜਾਵਾਂਗਾ। ਜੰਗ ਦੇ ਮੈਦਾਨ ਵਿੱਚ ਕੋਈ ਫੱਟੜ ਹੋ ਜਾਵੇ ਨਾ, ਤੇ ਖਾਲਸਾ ਜੀ ਵੱਡੇ ਵੱਡੇ ਵੀ ਯੋਧੇ ਲਾਸ਼ਾਂ ਦੇ ਭਾਰ ਦੇ ਥੱਲੇ ਬੈਠ ਕਰਕੇ, ਲਾਸ਼ਾਂ ਦੇ ਢੇਰ ਦੇ ਥੱਲੇ ਲੋਕੇ ਜਾਨ ਬਚਾਉਂਦੇ। ਆ ਧੰਨ ਗੁਰੂ ਕੇ ਸਿੰਘ ਸ਼ਹੀਦ ਸੂਰਮੇ ਇਸ ਕਰਕੇ ਸ਼ਸਤਰ ਨਹੀਂ ਛੱਡਿਆ ਕਿ ਕਿਤੇ ਵੈਰੀ ਮਰਿਆ ਹੋਇਆ ਸਮਝ ਕੇ, ਨਿਹੱਥਾ ਸਮਝ ਕੇ ਵਾਰ ਹੀ ਨਾ ਕਰੇ। ਤੇ ਜੇ ਵਾਰ ਨਹੀਂ ਕੀਤਾ ਤੇ ਮੈਂ ਸ਼ਹੀਦੀ ਤੋਂ ਰਹਿ ਜਾਵਾਂਗਾ। ਇਨ ਛਿਨ ਜਾਵੇ ਚੱਲ ਫੇਰ ਕਤ ਵਖਤੇ ਪਾਉ। ਤੇ ਜੇ ਆ ਸਮਾਂ ਮੇਰੇ ਹੱਥੋਂ ਸ਼ਹੀਦੀ ਦਾ ਲੰਘ ਗਿਆ ਫਿਰ ਸ਼ਹੀਦੀ ਕਦੋਂ ਪਾਵਾਂਗਾ। ਸਮੋ ਜੋ ਆਇਓ ਸਮਝ ਸੁਭੋ ਚਿਤ ਲੀਨੋ ਧਾਰ। ਇਹ ਸ਼ਹੀਦੀ ਪਾਉਣ ਦਾ ਵੇਲਾ ਹੈ। ਇਸ ਵੇਲੇ ਨੂੰ ਬਾਬਾ ਗੁਰਬਖਸ਼ ਸਿੰਘ ਜੀ ਨੇ ਸਾਂਭਣਾ ਕੀਤਾ। ਅਬ ਧੜਤੈ ਸੀਸ ਉਤਾਰੀਐ ਕੋਈ ਝਲ ਤਿੱਖੀ ਤਲਵਾਰ। ਤੇ ਮਨ ਵਿੱਚ ਧਾਰ ਲਿਆ ਵੀ ਹੁਣ ਸੀਸ ਧੜ ਤੋਂ ਜੁਦਾ ਕਰਾਈਏ ਕਿਸੇ ਦੁਸ਼ਮਣ ਦੀ ਤਿੱਖੀ ਤਲਵਾਰ ਦੇ ਨਾਲ। ਚੌਪਈ ਤਬ ਸਿੰਘ ਜੀ ਗਏ ਖੰਡੋ ਉਠਾਇਓ। ਖਾਲਸਾ ਜੀ ਬਾਬਾ ਗੁਰਬਖਸ਼ ਸਿੰਘ ਜੀ ਨੇ ਫਿਰ ਖੰਡੇ ਦਾ ਸਹਾਰਾ ਲੈ ਕਰਕੇ ਆਪਣੇ ਸਰੀਰ ਨੂੰ ਖੜਾ ਕੀਤਾ। ਦੈ ਲਲਕਾਰੋ ਗਿਲਜਨ ਬੁਲਾਇਓ। ਤੇ ਖੰਡਾ ਪਕੜ ਕਰਕੇ ਗਿਲਜਿਆਂ ਨੂੰ ਇੱਕ ਲਲਕਾਰ ਮਾਰੀ। ਦਿਓ ਸੀਸ ਉਹਨੇ ਅੱਗੇ ਨਿਵਾਏ। ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਲਲਕਾਰ ਮਾਰ ਕੇ ਕਿਹਾ ਕਿ ਆ ਗੁਰੂ ਕਾ ਸਿੱਖ ਹਜੇ ਵੀ ਜਿਉਂਦਾ ਹੈ, ਕਿਸੇ ਵਿੱਚ ਹਿੰਮਤ ਤੇ ਮੁਕਾਬਲਾ ਕਰਕੇ ਵਿਖਾਵੇ। ਜਦੋਂ ਸਾਰੇ ਸਿਪਾਹੀ ਇੱਕੋ ਵਾਰ ਦੇ ਵਿੱਚ ਆ ਕੇ ਝਪਟ ਗਏ, ਕਹਿੰਦੇ ਜਿਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਅਡੋਲ ਚਿੱਤ ਹੋ ਕਰਕੇ ਔਰੰਗੇ ਦੀ ਪਾਪੀ ਤਲਵਾਰ ਦੇ ਸਾਹਮਣੇ ਆਪਣੀ ਗਰਦਨ ਝੁਕਾ ਕਰਕੇ ਸੀਸ ਧੜ ਤੋਂ ਜੁਦਾ ਕਰਵਾ ਲਿਆ। ਅੱਜ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਕਹਿੰਦੇ ਜਦੋਂ ਪਾਪੀਆਂ ਨੇ ਵਾਰ ਕੀਤੇ ਤੇ ਬਾਬਾ ਜੀ ਦੀ ਸੀਸ ਦੇ ਉੱਤੇ ਵਾਰ ਹੋਇਆ, ਬਾਬਾ ਜੀ ਦਾ ਸੀਸ ਧੜ ਤੋਂ ਜੁਦਾ ਹੋ ਗਿਆ। ਜਿਮ ਤੇਗ ਬਹਾਦਰ ਗੁਰੂ ਕੀ ਓਦਾਏ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਸਾਂਗ ਰਚਾਇਆ, ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨਹੂ ਆਣ। ਜੋ ਧੰਨ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਕੀਤੀ ਕੋਈ ਕਰ ਨਾ ਸਕਿਆ, ਉਸੇ ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਅੱਜ ਬਾਬਾ ਗੁਰਬਖਸ਼ ਸਿੰਘ ਜੀ ਨੇ ਵੀ ਸੀਸ ਧੜ ਤੋਂ ਜੁਦਾ ਕਰਵਾ ਲਿਆ। ਗਿਲਜਨ ਤੇਗ ਗਰੀਬ ਪਡਾਰੀ। ਤੇ ਖਾਲਸਾ ਜੀ ਇੰਨੀ ਕੇ ਤੇਜ਼ੀ ਦੇ ਨਾਲ ਗਿਲਜਿਆਂ ਨੇ ਵਾਰ ਕੀਤਾ। ਭਈ ਮੁੰਡੀ ਤਬ ਧੜ ਤੇ ਨਿਆਰੀ। ਕਿ ਬਾਬਾ ਗੁਰਬਖਸ਼ ਸਿੰਘ ਜੀ ਦਾ ਸੀਸ ਧੜ ਤੋਂ ਜੁਦਾ ਹੋਇਆ ਤੇ ਜਦੋਂ ਸੀਸ ਤੇ ਵਾਰ ਕੀਤਾ ਇੰਨੀ ਤੇਜ਼ੀ ਨਾਲ ਹੋਇਆ ਕਿ ਬਾਬਾ ਗੁਰਬਖਸ਼ ਸਿੰਘ ਜੀ ਦਾ ਸੀਸ ਉਛਲ ਕੇ ਅਕਾਲ ਤਖਤ ਸਾਹਿਬ ਵਿਖੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਸ਼ੁਭਾਏਮਾਨ ਹੋਇਆ। ਸਿੰਘ ਕੋ ਪ੍ਰਣ ਪੂਰੋ ਪ੍ਰਭ ਕੀਓ। ਤੇ ਜੋ ਬਾਬਾ ਗੁਰਬਖਸ਼ ਸਿੰਘ ਜੀ ਨੇ ਪ੍ਰਣ ਕੀਤਾ ਸੀ ਵੀ ਦੁਸ਼ਮਣ ਦੇ ਪੈਰਾਂ ਵਿੱਚ ਸਿਰ ਨਾ ਝੁਕੇ, ਉਹ ਪ੍ਰਣ ਪੂਰਾ ਹੋ ਗਿਆ। ਦੁਸ਼ਮਣ ਦੇ ਪੈਰਾਂ ਵਿੱਚ ਨਹੀਂ ਬਲਕਿ ਅਕਾਲ ਤਖਤ ਸਾਹਿਬ ਵਿਖੇ ਜਾ ਕਰਕੇ ਬਾਬਾ ਗੁਰਬਖਸ਼ ਸਿੰਘ ਜੀ ਦਾ ਸੀਸ ਗਿਰਿਆ। ਤੇ ਖਾਲਸਾ ਜੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਰੂ ਕੇ ਸਿੰਘ ਦਾ ਪ੍ਰਣ ਪੂਰਾ ਕਰ ਦਿੱਤਾ। ਚੌਪਈ
ਧਨ ਮਰਨ ਉਸ ਧਨ ਹੈ ਜੀਓ। ਤੇ ਬਾਬਾ ਗੁਰਬਖਸ਼ ਸਿੰਘ ਜੀ ਬਾਰੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਕਿ ਐਸੇ ਗੁਰੂ ਕੇ ਸਿੰਘਾਂ ਦਾ ਮਰਨਾ ਵੀ ਧਨ ਹੈ ਤੇ ਐਸੇ ਗੁਰੂ ਕੇ ਸਿੰਘਾਂ ਦਾ ਜਿਉਣਾ ਵੀ ਧਨ ਹੈ। ਇਹ ਜਦੋਂ ਦੁਨੀਆ ਦੇ ਤਖਤੇ ਤੇ ਜਿਉਂਦੇ ਨੇ ਕਈਆਂ ਨੂੰ ਰੱਬ ਤੱਕ ਪਹੁੰਚਣ ਦਾ ਰਸਤਾ ਦਰਸਾਉਂਦੇ ਨੇ, ਤੇ ਜਦੋਂ ਇਹ ਗੁਰੂ ਕੇ ਸਿੰਘ ਮਰਦੇ ਨੇ ਇਹਨਾਂ ਦੇ ਮਰਨ ਤੋਂ ਬਾਅਦ ਕਈਆਂ ਨੂੰ ਜੀਵਨ ਜਾਚ ਆ ਜਾਂਦੀ ਹੈ, ਜਿਉਣ ਦਾ ਢੰਗ ਆ ਜਾਂਦਾ ਹੈ। ਸ਼ਹੀਦਨ ਕੈ ਮਦ ਭਈ ਵਧਾਈ। ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਦੀ ਸ਼ਹੀਦੀ ਹੋਈ ਤੇ ਖਾਲਸਾ ਜੀ ਗੁਰੂ ਕੇ ਸ਼ਹੀਦ ਸਿੰਘ ਸੂਰਮਿਆਂ ਨੇ ਵਧਾਈਆਂ ਦਿੱਤੀਆਂ, ਉਤੇ ਉਡੀਕਤ ਗੁਰੂ ਬਖਸ਼ ਸਿੰਘ ਭਾਈ। ਕਿਉਂਕਿ ਬਾਬਾ ਗੁਰਬਖਸ਼ ਸਿੰਘ ਜੀ ਨੂੰ ਵੀ ਦਰਗਾਹ ਦੇ ਵਿੱਚ ਸਤਿਗੁਰੂ ਖੁਦ ਉਡੀਕਦੇ ਸਨ ਕਿ ਕਿਸ ਤਰ੍ਹਾਂ ਗੁਰੂ ਕੇ ਸਿੰਘ ਸੂਰਮੇ ਨੇ ਗਿਲਜੀਆਂ ਦਾ ਮੁਕਾਬਲਾ ਕਰਦੇ ਹੋਏ ਸਿਰ ਧੜ ਦੀ ਬਾਜੀ ਲਾਈ, ਪਰ ਗੁਰੂ ਕੇ ਦਿੱਤੇ ਬਾਣੇ ਨੂੰ ਆਂਚ ਨਹੀਂ ਆਉਣ ਦਿੱਤੀ। ਐਸੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ, ਉਹਨਾਂ ਨੂੰ ਕਲਗੀਧਰ ਪਾਤਸ਼ਾਹ ਨੇ ਖੁਦ ਦਰਗਾਹ ਵਿੱਚ ਉਡੀਕਿਆ ਤੇ ਖਾਲਸਾ ਜੀ ਅੱਜ ਵੀ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਜੀ ਦਾ ਸ਼ਹੀਦੀ ਬੁੰਗਾ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਹੈ। ਸੋ ਇਸ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜੀ ਨੇ ਅਹਿਮਦ ਸ਼ਾਹ ਅਬਦਾਲੀ ਦੀ 30,000 ਗਿਲਜੀਆਂ ਦੀ ਫੌਜ ਦਾ ਮੁਕਾਬਲਾ ਕਰਦੇ ਕਰਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਸ਼ਹੀਦੀਆਂ ਪਾਈਆਂ। ਐਸੇ ਮਹਾਨ ਸ਼ਹੀਦਾਂ ਦਾ ਸਦਕਾ ਹੀ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖ ਚੜ੍ਹਦੀ ਕਲਾ ਦੇ ਨਾਲ ਜੀਵਨ ਬਤੀਤ ਕਰਦਾ ਹੈ। ਸੋ ਸਤਿਗੁਰ ਕਿਰਪਾ ਕਰਨ, ਕੱਲ ਨੂੰ ਵੀ ਇਸੇ ਤਰ੍ਹਾਂ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਕੱਲ ਅਗਾਂਹ ਦਾ ਪ੍ਰਸੰਗ ਸਰਵਣ ਕਰਾਂਗੇ ਅਤੇ ਨਾਲੇ ਕੱਲ ਪ੍ਰਾਚੀਨ ਪੰਥ ਪ੍ਰਕਾਸ਼ ਕਥਾ ਦੀ ਸਮਾਪਤੀ ਵੀ ਹੈ। ਸ਼ੁਕਰਾਨਾ ਸਮਾਗਮ ਪ੍ਰਬੰਧਕਾਂ ਨੇ ਉਲੀਕਿਆ, ਉੱਥੇ ਵੀ ਆਪ ਜੀ ਨੇ ਕੱਲ ਇਸੇ ਸਮੇਂ ਹਾਜ਼ਰੀ ਜ਼ਰੂਰ ਭਰਨੀ ਤੇ ਇਨ੍ਹਾਂ ਸ਼ਹੀਦਾਂ ਦਾ ਇਤਿਹਾਸ ਬਾਰ-ਬਾਰ ਆਪਣੇ ਬੱਚਿਆਂ ਨੂੰ ਦੱਸਣਾ ਕਿ ਅਸੀਂ ਉਹਨਾਂ ਦੇ ਵਾਰਸ ਹਾਂ ਜਿਹੜੇ ਲੱਖਾਂ ਦੇ ਨਾਲ ਵੀ ਟੱਕਰਾ ਕਰਦੇ ਰਹੇ, ਜਿਹੜੇ ਬੰਦ-ਬੰਦ ਕਟਵਾਉਂਦੇ ਰਹੇ, ਚਰਖੜੀਆਂ ਤੇ ਚੜ੍ਹਦੇ ਰਹੇ, ਪਰ ਉਹਨਾਂ ਨੇ ਕੇਸ ਨਹੀਂ ਕਟਵਾਏ, ਗੁਰੂ ਕੀ ਸਿੱਖੀ ਨਹੀਂ ਛੱਡੀ। ਅਸੀਂ ਨਚਾਰਾਂ ਦੇ ਵਾਰਸ ਨਹੀਂ, ਅਸੀਂ ਵਾਰਸ ਬਾਬਾ ਗੁਰਬਖਸ਼ ਸਿੰਘ ਬਾਬਾ ਦੀਪ ਸਿੰਘ ਜੀ ਦੇ ਹਾਂ। ਸੋ ਇਤਨੀ ਬੇਨਤੀ ਪ੍ਰਵਾਨ ਕਰਨੀ ਜੀ। ਆਓ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਹਿਤ ਉਚਾਰਨ ਕਰੋ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ, ਹੇ ਸੰਤ ਕੇ ਸਦਾ ਸੰਗ ਨਿਧਾਰਾ। ਹੇ ਠਾਕੁਰ ਹੋਂਦਾ ਸਰੂ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀਜੈ ਨਾਮਦਾਨ ਰਾਖੋ ਹੀਐ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਬੜੇ ਵੱਡੇ ਭਾਗਾਂ ਵਾਲੇ ਹੋ ਜੋ ਸ਼ਾਮਾਂ ਦੇ ਦੀਵਾਨਾਂ ਵਿੱਚ ਪੰਥ ਪ੍ਰਕਾਸ਼ ਦੀ ਕਥਾ ਵਿਚਾਰ ਬੜੇ ਹੀ ਪਿਆਰ ਦੇ ਨਾਲ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਭਾਈ ਸੁਖਜੀਤ ਸਿੰਘ ਜੀ ਕਨਈਆ 96 ਕਰੋੜੀ ਮੋਢਾ ਦਲ ਦੇ ਹੈਡ